सत श्री अकाल जी। आप सब जी का स्वागत है तुहाडे अपने यूट्यूब चैनल पॉजिटिव वाइब पंजाब के उत्ते। अज आप नैक्सट टॉपिक करना बेटे क्लर्क आई टी वास्ते सी लैंगुएज का जिहड़ा कि कंट्रोल स्टेटमेंट है। कंट्रोल स्टेटमेंट भी राजे काफ़ी इंपोर्टेंट टॉपिक है क्योंकि इत्थों भी क्वेश्चन दो तीन निकल के आ सकते हैं। चलो स्टार्ट करते हैं। आई होप सबने पहला पढ़िया होगा। जस्ट आप क्विक रिविजन वास्ते थोड़ा जिहा फास्टली इहनूं की करांगे, रिव्यू करांगे। ठीक है जी। चलो स्टार्ट करते हैं बिना टाइम वेस्ट किए। वीडियो को लाइक कर दो, शेयर कर दो। जो बच्चे नवे ने राजे चैनल को सबसक्राइब जरूर कर लिया करो। चलो जी स्टार्ट करते हैं। हुण देखो बेटा नाम तो क्लीयर है, कंट्रोल स्टेटमेंट्स। हुण जिहड़ा सी लैंगुएज है बेसिकली एक ही एक प्रोग्रामिंग लैंगुएज है। तो प्रोग्राम की हुंदा राजे तुहानूं दस्सिया ही है मैं। सी लैंगुएज का जिहड़ा प्रोग्राम हुंदा है ਉਹਦੇ ਵਿੱਚ ਕੀ ਹੁੰਦੀਆਂ ਨੇ ਮਲਟੀਪਲ ਇੰਸਟਰਕਸ਼ਨਸ ਹੁੰਦੀਆਂ ਨੇ, ਕੋਡਿੰਗ ਹੁੰਦੀਆਂ ਨੇ ਜਿਹੜੀਆਂ ਕੀ ਕਰਦੀਆਂ ਕੋਈ ਨਾ ਕੋਈ ਕੰਮ ਕਰਦੀਆਂ ਨੇ, ਕੋਈ ਨਾ ਕੋਈ ਸਪੈਸੀਫਿਕ ਟਾਸਕ ਕਰਦੀਆਂ ਨੇ। ਤੇ ਜਿਹੜੀਆਂ ਸਟੇਟਮੈਂਟਸ ਹੁੰਦੀਆਂ ਨੇ ਰਾਜੇ ਵੈਸੇ ਬਾਈ ਡਿਫਾਲਟ ਤਾਂ ਕਿਵੇਂ ਚੱਲਦੀਆਂ ਨੇ, ਸਿਕੁਐਂਸ਼ਲੀ ਚੱਲਦੀਆਂ ਨੇ। ਮੰਨ ਲਓ ਜੇ ਮੈਂ 5 ਲਾਈਨਾਂ ਦਾ ਕੋਈ ਪ੍ਰੋਗਰਾਮ ਲਿਖਿਆ ਹੋਇਆ ਬਾਈ ਡਿਫਾਲਟ ਕੀ ਹੈ, ਜੇ ਮੈਂ ਕੁਝ ਵੀ ਕੰਡੀਸ਼ਨ ਨਹੀਂ ਲਗਾ ਰਿਹਾ ਤਾਂ ਪਹਿਲਾਂ ਪਹਿਲੀ ਸਟੇਟਮੈਂਟ ਚੱਲੂਗੀ, ਫਿਰ ਸੈਕੰਡ, ਫਿਰ ਥਰਡ, ਫਿਰ ਫੋਰਥ, ਮਤਲਬ ਕਿ ਸੀਕੁਐਂਸ ਵਾਈਜ਼ ਚੱਲਦੀਆਂ ਨੇ। ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰੀ ਉਹਨਾਂ ਨੂੰ ਸੀਕੁਐਂਸ ਵਾਈਜ਼ ਹੀ ਚਲਾਇਆ ਜਾਵੇ। कई बारी यूजर की नीड होंगी है या प्रोग्रामर की नीड होंगी है, उन्हें इनू अपने हिसाब नाल चलाना होंदा है। तो उस चीज़ वास्ते राजे उन्होंने कंट्रोल लैन वास्ते यूज होंदियां ने कंट्रोल स्टेटमेंट्स। ठीक है जी, क्लीयर है। अपने कोले देखो ज़्यादा डिटेल च मैं जा नहीं रहा क्योंकि सबने पढ़िया होया, इस करके थोड़ा टाइम घट होने करके आपां थोड़ा जिहा फास्टली करांगे। तो वैसे डिटेल वाला ही काम है, पर यह भी एक बार थोड़ा जिहा रिव्यू लै लईए आपां। ਤੇ ਕੰਟਰੋਲ ਸਟੇਟਮੈਂਟ ਸਮਝ ਆ ਗਈਆਂ। ਆਪਣੇ ਕੋਲੇ ਰਾਜੇ ਤਿੰਨ ਕੈਟਾਗਰੀ ਦੀਆਂ ਕੰਟਰੋਲ ਸਟੇਟਮੈਂਟ ਹੁੰਦੀਆਂ ਨੇ। ਫਸਟ ਹੁੰਦੀਆਂ ਨੇ ਰਾਜੇ ਬ੍ਰਾਂਚਿੰਗ ਸਟੇਟਮੈਂਟਸ, ਬ੍ਰਾਂਚਿੰਗ ਕਹਿ ਦਿੰਦੇ ਜਾਂ ਫਿਰ ਬੇਟਾ ਡਿਸੀਜਨ ਮੇਕਿੰਗ ਸਟੇਟਮੈਂਟ ਕਹਿ ਦਿੰਦੇ ਆ। ਸੈਕੰਡ ਹੁੰਦੀਆਂ ਨੇ ਲੂਪਿੰਗ ਸਟੇਟਮੈਂਟ ਤੇ ਥਰਡ ਹੁੰਦੀਆਂ ਨੇ ਜੰਪਿੰਗ ਸਟੇਟਮੈਂਟ। ਆਪਾਂ 1 ਬਾਈ 1 ਇਹਨਾਂ ਸਭ ਨੂੰ ਕੀ ਕਰਾਂਗੇ, ਡਿਸਕਸ ਕਰਦੇ ਆ। ਇਹਨਾਂ ਦੇ ਅੰਦਰ ਫਰਦਰ ਕਿਹੜੀ ਕਿਹੜੀ ਕੈਟਾਗਰੀ ਦੇ ਵਿੱਚ ਆਉਂਦੀਆਂ ਨੇ। ਚਲੋ ਸਟਾਰਟ ਕਰਦੇ ਆ। ਸਭ ਤੋਂ ਪਹਿਲਾਂ ਆਪਾਂ ਕਰਦੇ ਆ ਜੀ ਬ੍ਰਾਂਚਿੰਗ ਜਾਂ ਫਿਰ ਇਹਨੂੰ ਕੀ ਕਹਿ ਦਿੰਦੇ ਆ ਕੰਡੀਸ਼ਨ ਡਿਸੀਜਨ ਮੇਕਿੰਗ ਕਹਿ ਦਿੰਦੇ ਆ। ਠੀਕ ਹੈ ਜੀ। ਤੇ ਇਹਦੇ ਵਿੱਚ ਕੀ ਜਾਂ ਨੂੰ ਕੰਡੀਸ਼ਨਲ ਸਟੇਟਮੈਂਟ ਵੀ ਕਹਿ ਦਿੰਦੇ ਆ। ਹੁਣ ਨਾਮ ਤੋਂ ਕਲੀਅਰ ਹੈ ਵੀ ਡਿਸੀਜਨ ਲੈਣਾ ਹੈ। ਡਿਸੀਜਨ ਮੰਨ ਲਓ ਕਿ ਮੈਂ ਮੰਨ ਲਓ ਦੋ ਬੰਦੇ ਖੜੇ ਆ, ਮੈਂ ਉਹਨਾਂ ਦੀ ਹਾਈਟ ਮੈਜ਼ਰ ਕਰਨੀ ਆ ਵੀ ਕਿਹੜੇ ਬੰਦੇ ਦੀ ਹਾਈਟ ਵੱਡੀ ਹੈ ਕਿਹਦੀ ਛੋਟੀ ਹੈ। ਆਪਾਂ ਕੰਪੈਰੀਜ਼ਨ ਕਰ ਰਹੇ ਆ ਤਾਂ ਕੰਪੇਅਰ ਕਰਨ ਤੋਂ ਬਾਅਦ ਹੀ ਆਪਾਂ ਡਿਸੀਜਨ ਲਵਾਂਗੇ ਨਾ ਕਿ ਕਿਹੜੇ ਬੰਦੇ ਦੀ ਹਾਈਟ ਲੰਬੀ ਹੈ ਕਿਹਦੀ ਛੋਟੀ ਹੈ। ਤਾਂ ਡਿਸੀਜਨ ਨਾਮ ਤੋਂ ਕਲੀਅਰ ਹੈ ਰਾਜੇ ਉਹ ਸਟੇਟਮੈਂਟਸ ਜਾਂ ਉਹ ਗਰੁੱਪ ਆਫ ਇੰਸਟਰਕਸ਼ਨਸ ਜਿਹੜੀਆਂ ਕਿ ਕਿਸੇ ਲੌਜੀਕਲ ਕੰਡੀਸ਼ਨ ਦੇ ਉੱਪਰ ਕੀ ਹੋਣਗੀਆਂ, ਬੇਸਡ ਹੋਣਗੀਆਂ। ਠੀਕ ਹੈ ਜੀ। ਤਾਂ ਇਹਦੇ ਵਿੱਚ ਕੀ ਹੋ ਸਕਦਾ, ਦੋ ਚੀਜ਼ਾਂ ਹੋ ਸਕਦੀਆਂ। ਮੰਨ ਲਓ ਆ ਬੰਦਾ ਕਹਿੰਦਾ ਕਿ ਮੰਨ ਲਓ ਏ ਬੰਦਾ ਹੈ, ਇਹ ਹੈਗਾ ਜੀ ਬੀ ਬੰਦਾ। ਇਹ ਕਹਿੰਦਾ ਜੀ ਮੇਰੀ ਬੀ ਨਾਲੋਂ ਹਾਈਟ ਵੱਡੀ ਹੈ ਤੇ ਮੈਂ ਕੰਪੈਰੀਜ਼ਨ ਕੀਤਾ ਕੰਡੀਸ਼ਨ ਲਗਾ ਕੇ, ਜੇ ਇਹਦੀ ਵੱਡੀ ਹੋਈ ਤਾਂ ਮੇਰੇ ਕੋਲ ਕੀ ਵੈਲਿਊ ਆ ਜਾਊਗੀ, ਟਰੂ। ਅਦਰਵਾਈਜ਼ ਮੇਰੀ ਵੈਲਿਊ ਕੀ ਆ ਜਾਊਗੀ, ਫਾਲਸ ਆ ਜਾਊਗੀ। ਸੇਮ ਕੰਮ ਇੱਥੇ ਹੋਊਗਾ ਕਿ ਮੰਨ ਲਓ ਮੈਂ ਦੋ ਨੰਬਰ ਵੱਡੇ ਛੋਟੇ ਕੱਢਣੇ ਆ ਵੀ ਏ ਗ੍ਰੇਟਰ ਦੈਨ ਬੀ ਹੈਗਾ ਕਿ ਨਹੀਂ ਹੈਗਾਗਾ। ਜੇ ਤਾਂ ਗ੍ਰੇਟਰ ਹੋਊਗਾ ਤਾਂ ਟਰੂ ਵੈਲਿਊ ਆ ਜਾਊਗੀ, ਅਦਰਵਾਈਜ਼ ਕੀ ਆ ਜਾਊਗੀ, ਫਾਲਸ ਵੈਲਿਊ ਆ ਜਾਊਗੀ। ਤਾਂ ਆਪਣੇ ਕੋਲ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ डिसीजन मेकिंग, इफ स्टेटमेंट होंदी है, इफ एल्स होंदी है, नेस्टेड इफ होंदी है, एल्स इफ लैटर होंदी है ते स्विच स्टेटमेंट होंदी है। ये सारियां पढ़नियां नहीं बेटे, छड्डनियां नहीं हैगियां। सब तो पहला आपां करदे हां जी इफ स्टेटमेंट। इफ दा मतलब की हुंदा राजे, देखो आपां कह दिंदे हां भी जे मतलब दो कंडीशन लगा दिंदे हां आपां, है ना। जिवें मान लो मैं इफ है, पहला तो ਇਹਦਾ ਸਿੰਟੈਕਸ याद करना। ਸਿੰਟੈਕਸ ਕੀ ਹੁੰਦਾ ਕਿ ਰਾਜੇ ਜਿਵੇਂ ਆਪਾਂ ਉਹਨੂੰ ਕਿਵੇਂ ਲਿਖ ਸਕਦੇ ਹਾਂ ਸੀ ਪ੍ਰੋਗਰਾਮਿੰਗ ਦੇ ਵਿੱਚ। ਉਹਨੂੰ ਲਿਖਣ ਵਾਸਤੇ ਕੀ ਹੈ ਜੀ, ਆਪਣੇ ਕੋਲੇ ਇੱਕ ਕੀਵਰਡ ਹੈਗਾ, ਇਹ ਕੇਸ ਸੈਂਸਿਟਿਵ ਹੈ, ਛੋਟੇ ਦੇ ਵਿੱਚ ਲਿਖਣਾ ਹੈ ਇਫ। ਕਿਹੜਾ ਕੀਵਰਡ ਯੂਜ਼ ਕਰਦੇ ਹਾਂ ਆਪਾਂ, ਇਫ ਕੀਵਰਡ ਯੂਜ਼ ਕਰਦੇ ਹਾਂ। ਇੱਥੇ ਆਪਣੀ ਕੀ ਹੋਊਗੀ, ਕੰਡੀਸ਼ਨ ਹੋਊਗੀ। ਇਹ ਕੀ ਹੋਗਾ ਜੀ, ਉਹਦੀ ਬੋਡੀ ਹੋਗੀ। ਕਿਹਦੀ ਬੋਡੀ ਹੋਗੀ, ਆਪਣੀ ਇਫ ਸਟੇਟਮੈਂਟ ਦੀ ਬੋਡੀ ਹੋਗੀ। ਠੀਕ ਹੈ ਜੀ, ਜਾਂ ਡੈਫੀਨੇਸ਼ਨ ਕਹਿ ਲਓ ਜਾਂ ਬੋਡੀ ਕਹਿ ਲਓ। ਤਾਂ ਆਹ ਸਟੇਟਮੈਂਟ ਹੋਣਗੀਆਂ ਜਿਹੜੀਆਂ ਟਰੂ ਹੋਣਗੀਆਂ, ਓਨਲੀ ਉਹੀ ਚੱਲਣਗੀਆਂ। ਇੱਕ ਗੱਲ ਦਾ ਧਿਆਨ ਰੱਖਿਓ, ਜਿਹੜਾ ਇਫ ਸਟੇਟਮੈਂਟ ਹੈ ਉਹਦੇ ਵਿੱਚ ਓਨਲੀ ਟਰੂ ਵੈਲਿਊ ਚੱਲਦੀ ਹੈ, ਫਾਲਸ ਵੈਲਿਊ ਨਹੀਂ ਚੱਲਦੀਗੀ। ਫਾਲਸ ਵਾਸਤੇ ਫਿਰ ਅੱਗੇ ਜਾ ਕੇ ਆਪਣੇ ਕੋਲ ਇਫ ਐਲਸ ਆਊਗਾ। ਕਲੀਅਰ ਹੈ। ਅੱਗੇ ਚੱਲਦੇ ਹਾਂ ਜੀ ਆਪਾਂ। ਹੁਣ ਇਹਦੇ ਵਿੱਚ ਹੁੰਦਾ ਕੀ ਹੈ, ਬੇਸਿਕਲੀ ਕੰਡੀਸ਼ਨ ਚੈੱਕ ਹੁੰਦੀ ਹੈ ਬੇਟਾ। ਜਦੋਂ ਕੰਡੀਸ਼ਨ ਚੈੱਕ ਹੁੰਦੀ, ਜੇ ਕੰਡੀਸ਼ਨ ਫਾਲਸ ਹੋ ਜੇ ਤਾਂ ਉਹ ਜਿਹੜੀ ਲੂਪ ਦੀ ਆਪਣੇ ਜਿਹੜੀ ਇਫ ਦੀ ਬੋਡੀ ਆ ਉਹ ਨਹੀਂ ਚੱਲਦੀਗੀ। ਇਫ ਦੀ ਬੋਡੀ ਉਦੋਂ ਚੱਲੂਗੀ ਜੇ ਉਹ ਕੀ ਹੋਊਗਾ, ਟਰੂ ਹੋਊਗਾ। ਕਹਿਣ ਦਾ ਭਾਵ ਜੇ ਆ ਕੰਡੀਸ਼ਨ ਸਹੀ ਹੋਈ ਤਾਂ ਆ ਸਟੇਟਮੈਂਟ ਚੱਲਣਗੀਆਂ, ਅਦਰਵਾਈਜ਼ ਉਸ ਤੋਂ ਬਾਅਦ ਜੇ ਤੁਸੀਂ ਕੁਝ ਵੀ ਮੈਸੇਜ ਡਿਸਪਲੇ ਕਰਾਉਣਾ ਉਹ ਚੱਲੂਗਾ। ਕਲੀਅਰ ਹੈ ਜੀ। ਤਾਂ ਇਹ ਕੁਐਸਚਨ ਪੁੱਛਿਆ ਜਾਂਦਾ ਹੁੰਦਾ ਵੀ ਜਿਹੜਾ ਇਫ ਦੇ ਵਿੱਚ ਸਟੇਟਮੈਂਟ ਕਦੋਂ ਚੱਲਦੀਆਂ ਨੇ, ਸਿਰਫ ਉਦੋਂ ਚੱਲਦੀਆਂ ਨੇ ਜਦੋਂ ਕਿ ਆਪਣੀ ਕੰਡੀਸ਼ਨ ਕੀ ਹੁੰਦੀ ਹੈ, ਓਨਲੀ ਟਰੂ ਹੁੰਦੀ ਹੈ। ਚਲੋ ਜੀ ਅੱਗੇ ਚੱਲਦੇ ਆਪਾਂ। ਹੁਣ ਪ੍ਰੋਬਲਮ ਕੀ ਆ ਗਈ ਵੀ ਜੇ ਮੰਨ ਲਓ ਇਫ ਦੇ ਵਿੱਚ ਤਾਂ ਸਿਰਫ ਉਹੀ ਸਟੇਟਮੈਂਟ ਚੱਲਦੀਆਂ ਜਿਹੜੀਆਂ ਟਰੂ ਹੋਣਗੀਆਂ। ਪਰ ਹੁਣ ਮੰਨ ਲਓ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਕਹਿ ਦਵਾਂ ਇਫ
A ग्रेटर दैन B। ਹੁਣ if ਦੇ ਵਿੱਚ ਤਾਂ ਕੱਲਾ A ਡਿਸਪਲੇ ਕਰਾਊਗਾ ਵੀ ਜੇ A ਗ੍ਰੇਟਰ ਹੋਊਗਾ ਤਾਂ ਹੀ ਆਨਸਰ ਆਊਗਾ ਮੇਰੇ ਕੋਲੇ A, ਬਟ B ਆਨਸਰ ਆਉਂਦਾ ਹੀ ਨਹੀਂ ਕਦੇ ਵੀ। ਆਪਾਂ ਨੂੰ ਪਤਾ ਲੱਗਣਾ ਚਾਹੀਦਾ ਨਾ ਵੀ A ਵੱਡਾ ਕਿ B ਵੱਡਾ ਹੈ, ਇਹ ਸਿਰਫ A ਨੂੰ ਵੱਡਾ ਦੱਸਦਾ ਹੈ। ਇਸ ਪ੍ਰੋਬਲਮ ਨੂੰ ਰਿਮੂਵ ਕਰਨ ਵਾਸਤੇ if ਦੇ ਨਾਲ ਕੀ ਆ ਗਿਆ ਰਾਜੇ, else ਆ ਗਿਆ। else ਕੀ ਕਰਦਾ, ਜਿਹੜਾ ਜਦੋਂ ਕੰਡੀਸ਼ਨ ਫਾਲਸ ਹੋ ਜਾਂਦੀ ਹੈ ਜਾਂ ਇਹ ਕਹ ਜਦੋਂ ਗਲਤ ਰਿਜ਼ਲਟ ਆ ਜਾਂਦਾ ਉਹਨੂੰ ਕੀ ਕਰਦਾ, ਡਿਸਪਲੇ ਕਰਾਉਂਦਾ ਹੈ। ਹੁਣ ਮੰਨ ਲਓ ਦੋਵਾਂ ਦੇ ਵਿੱਚੋਂ ਇੱਕ ਤਾਂ ਵੱਡਾ ਹੋਊਗਾ ਨਾ, ਜਾਂ A ਵੱਡਾ ਜਾਂ B ਵੱਡਾ ਹੈ। ਜੇ ਤਾਂ A ਵੱਡਾ ਹੋਇਆ ਤਾਂ ਆਨਸਰ ਕੀ ਆ ਜਾਊਗਾ A, ਅਦਰਵਾਈਜ਼ ਕੀ ਆ ਜਾਊਗਾ, ਆਨਸਰ ਕੀ ਆ ਜਾਊਗਾ ਮੇਰਾ B। ਠੀਕ ਹੈ ਜੀ, ਸਮਝ ਗਏ ਮੇਰੀ ਗੱਲ। ਤਾਂ ਇਹਦੇ ਵਾਸਤੇ ਕੀ ਹੈ ਰਾਜੇ, ਆਪਣੇ ਕੋਲੇ ਇਫ ਐਲਸ ਸਟੇਟਮੈਂਟ ਹੈ। ਕਹਿੰਦਾ ਕੀ ਹੈ ਜੀ, ਇਫ ਐਲਸ ਸਟੇਟਮੈਂਟ ਕਹਿੰਦਾ ਪ੍ਰੋਵਾਈਡਡ ਟੂ ਵੇ ਬ੍ਰਾਂਚਿੰਗ ਸਟੇਟਮੈਂਟ। ਟੂ ਵੇ ਦਾ ਮਤਲਬ ਕੀ ਹੈ ਕਿ ਜੇ ਮੰਨ ਲਓ ਮੈਂ ਇਫ ਦੇ ਬਾਅਦ ਕੰਡੀਸ਼ਨ ਲਗਾਤੀ, ਜੇ ਟਰੂ ਹੋ ਗਈ ਤਾਂ ਕਿਹਦੇ ਵਿੱਚ ਚੱਲੂਗੀ, ਇਫ ਦੇ ਚੱਲੂਗੀ। ਐਲਸ ਦੇ ਵਿੱਚ ਕੀ ਚੱਲੂਗਾ, ਜਿਹੜੀ ਫਾਲਸ ਕੰਡੀਸ਼ਨ ਹੋ ਜਾਊਗੀ, ਜਿਹੜੀ ਕੰਡੀਸ਼ਨ ਫਾਲਸ ਹੋ ਜਾਊਗੀ ਉਹ ਕਿੱਥੇ ਚੱਲੂਗੀ, ਆਪਣੇ ਕੋਲੇ ਐਲਸ ਦੇ ਵਿੱਚ ਚੱਲੂਗੀ। ਆਈ ਹੋਪ ਤੁਹਾਨੂੰ ਇਹ ਸਮਝ ਲੱਗ ਗਿਆ ਹੋਊਗਾ ਦੋਵਾਂ ਦੇ ਵਿੱਚ ਡਿਫਰੈਂਸ, ਇਫ ਤੇ ਇਫ ਐਲਸ ਦੇ ਵਿੱਚ ਕੀ ਡਿਫਰੈਂਸ ਹੈ। ਆ ਦੇਖੋ ਜੀ, ਹੁਣ ਕੀ ਹੈ, ਕੰਡੀਸ਼ਨ ਚੈੱਕ ਹੋ ਗਈ ਰਾਜੇ। ਜਦੋਂ ਫਾਲਸ ਹੋਈ ਤਾਂ ਕੀ ਚੱਲੂਗਾ, ਆਪਣੇ ਕੋਲੇ ਬਲੌਕ ਆਫ ਐਲਸ ਸਟੇਟਮੈਂਟ ਚੱਲਣਗੀਆਂ। ਪਹਿਲਾਂ ਕੁਝ ਨਹੀਂ ਚੱਲਦਾ ਹੁੰਦਾ ਸੀਗਾ। ਜੇ ਟਰੂ ਹੋਊਗੀ ਫਿਰ ਕੀ ਚੱਲੂਗਾ, ਇਫ ਵਾਲੀ ਸਟੇਟਮੈਂਟ ਚੱਲੂਗੀ। ਕਲੀਅਰ ਹੈ ਜੀ। ਤਾਂ ਇਹ ਇਥੋਂ ਕੁਐਸਚਨ ਪੁੱਛਿਆ ਜਾ ਸਕਦਾ ਵੀ ਆਪਣੇ ਜਿਹੜਾ ਐਲਸ ਬਲੌਕ ਹੈ ਉਹਦੇ ਵਿੱਚ ਟਰੂ ਚੱਲਦੀਆਂ ਕਿ ਫਾਲਸ ਚੱਲਦੀਆਂ ਨੇ, ਉਹਦੇ ਵਿੱਚ ਫਾਲਸ ਕੰਡੀਸ਼ਨ ਵਾਲੀਆਂ ਸਟੇਟਮੈਂਟਸ ਚੱਲਦੀਆਂ ਨੇ। ਅੱਗੇ ਗੱਲ ਕਰਦੇ ਹਾਂ, ਇਸ ਤੋਂ ਅੱਗੇ ਅਗਰ ਆ ਜੇ ਨੈਸਟਡ ਇਫ ਐਲਸ। ਕੰਪਿਊਟਰ ਦੇ ਵਿੱਚ ਜਾਂ ਕਹਿ ਲਓ ਜਾਂ ਪ੍ਰੋਗਰਾਮਿੰਗ ਦੇ ਵਿੱਚ ਕਹਿ ਲਓ ਵਰਡ ਜਿੱਥੇ ਵੀ ਨੈਸਟਡ ਆ ਗਿਆ, ਨੈਸਟਡ ਦਾ ਮਤਲਬ ਹੁੰਦਾ ਹੈ ਕੋਈ ਸੇਮ ਚੀਜ਼ ਇੱਕ ਦੇ ਅੰਦਰ ਦੂਸਰੀ ਹੋਵੇ। ਜਿਵੇਂ ਮੰਨ ਲਓ ਮੈਂ ਕਹਿ ਦਵਾਂ ਇਫ ਦੇ ਅੰਦਰ ਇੱਕ ਹੋਰ ਇਫ, ਉਹ ਨੈਸਟਡ ਇਫ ਹੋ ਗਿਆ। ਮੈਂ ਕਹਿ ਦਵਾਂ ਇੱਕ ਇਫ ਐਲਸ ਦੇ ਅੰਦਰ ਦੂਸਰਾ ਇਫ ਐਲਸ, ਤਾਂ ਉਹਨੂੰ ਨੈਸਟਡ ਇਫ ਐਲਸ ਕਹਿ ਦਿੰਦੇ ਆ। ਤਾਂ ਨੈਸਟਡ ਸਟੇਟਮੈਂਟ ਕੀ ਹੁੰਦੀ ਆ, ਕਹਿੰਦਾ ਇਫ ਐਲਸ ਸਟੇਟਮੈਂਟ, if statements and the else statements embedded with the one or more if else statement। embedded ਦਾ ਮਤਲਬ ਹੁੰਦਾ ਕਿ ਇੱਕ if else statement ਦੇ ਅੰਦਰ ਦੂਸਰੀ if else ਹੋਰ ਹੋਣੀ। ਠੀਕ ਹੈ, ਸੇਮ ਤਰ੍ਹਾਂ ਦੀ, ਪਰ ਉੱਥੇ ਕੀ ਹੋਊਗੀ, ਕੰਡੀਸ਼ਨ ਵੱਖਰੀ ਹੋਊਗੀ, ਉਹਨੂੰ ਕਹਿ ਦਿੰਦੇ ਆਪਾਂ nested if ਕਹਿ ਦਿੰਦੇ ਆ। ਜਿਵੇਂ ਮੰਨ ਲਓ ਇੱਥੇ ਕੀ ਆ, if ਕੰਡੀਸ਼ਨ ਲੱਗੀ ਹੋਈ ਹੈ, ਇੱਥੇ if ਇੱਕ ਹੋਰ ਆ ਗਿਆ, ਇਹਦੇ ਵਿੱਚ ਕੰਡੀਸ਼ਨ ਕੀ ਲੱਗੀ, ਸੈਕੰਡ ਲੱਗੀ ਹੋਈ ਹੈ। ਤਾਂ ਇਹਦਾ ਮਤਲਬ ਕੀ ਹੋ ਗਿਆ, ਇਹਦੇ ਵਿੱਚ ਇੱਕ if ਦੇ ਅੰਦਰ ਦੂਸਰਾ if ਆ ਗਿਆ ਤੇ ਇੱਕ ਐਲਸ ਦੇ ਅੰਦਰ ਕੀ ਆ ਗਿਆ, ਦੂਸਰਾ ਐਲਸ ਆ ਗਿਆ। ਇਹਨੂੰ ਕੀ ਕਹਿ ਦਾਂਗੇ ਆਪਾਂ, ਨੈਸਟਡ ਇਫ ਐਲਸ ਸਟੇਟਮੈਂਟ ਕਹਿ ਦਾਂਗੇ। ਕਲੀਅਰ ਹੈ ਜੀ। ਅੱਗੇ ਚੱਲਦੇ ਹਾਂ ਆਪਾਂ। ਹੁਣ ਜਿਹੜਾ ਨੈਸਟਡ ਇਫ ਹੈ ਰਾਜੇ, ਉਹਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ, ਕਿਉਂਕਿ ਉਹਦੇ ਵਿੱਚ ਪ੍ਰੋਬਲਮ ਕੀ ਆਉਂਦੀ ਹੈ ਕਿ ਜਿਹੜੀ ਕੋਡਿੰਗ ਹੁੰਦੀ ਆ ਉਹ ਥੋੜੀ ਜਿਹੀ ਕੰਪਲਿਕੇਟਡ ਹੋ ਜਾਂਦੀ ਹੈ। ਠੀਕ ਹੈ, ਉਹਨੂੰ ਸਮਝਣਾ ਔਖਾ ਹੋ ਜਾਂਦਾ ਹੈ, ਕਈ ਵਾਰੀ ਉੱਥੇ ਗਲਤੀ ਹੋਣ ਦੇ ਚਾਂਸ ਜ਼ਿਆਦਾ ਵੱਧ ਜਾਂਦੇ ਪ੍ਰੋਗਰਾਮਰ ਕੋਲੋਂ। ਇਸ ਚੀਜ਼ ਨੂੰ ਰਿਮੂਵ ਕਰਨ ਵਾਸਤੇ ਉਹਨਾਂ ਨੇ ਇੱਕ ਨਵੀਂ ਮਤਲਬ ਕਿ ਸਟੇਟਮੈਂਟ ਲੈ ਕੇ ਆਏ ਸੀ, ਜਿਹਨੂੰ ਕਹਿ ਦਿੰਦੇ ਆ ਐਲਸ ਇਫ ਲੈਡਰ। ਲੈਡਰ ਦਾ ਮਤਲਬ ਹੁੰਦਾ ਪੌੜੀ, ਆਪਾਂ ਲੈਡਰ ਪੜ੍ਹੇ ਹੋਇਆ ਆਪਣੇ ਪੰਜਾਬ ਇੰਗਲਿਸ਼ ਦੇ ਵਿੱਚ। ਹੁਣ ਕੀ ਇਹਦੇ ਵਿੱਚ ਕੀ ਮੰਨ ਲਓ ਕਿ ਜ਼ਰੂਰੀ ਨਹੀਂ ਹੁੰਦਾ ਕਿ ਦੋ ਹੀ ਹੋਣਗੀਆਂ ਨੈਸਟਡ ਦੇ ਵਿੱਚ, ਤਿੰਨ ਵੀ ਹੋ ਸਕਦੀਆਂ, ਚਾਰ ਵੀ, ਪੰਜ ਵੀ, 10 ਵੀ, 15 ਵੀ। ਤਾਂ ਜਿੰਨੀਆਂ ਵਧੀ ਜਾਣਗੀਆਂ ਉਹਨਾਂ ਨੇ ਕੀ ਹੋਊਗੀ, ਆਪਣੀ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਊਗੀ। ਕਿਉਂਕਿ ਇਹਦੇ ਵਿੱਚ ਕੀ ਹੈ, ਨੈਸਟਡ ਇਫ ਦੇ ਵਿੱਚ ਆਪਾਂ ਨੂੰ ਬ੍ਰੈਕਟ ਦਾ ਧਿਆਨ ਰੱਖਣਾ ਪੈਂਦਾ ਵੀ ਕਿੱਥੇ ਬ੍ਰੈਕਟ ਓਪਨ ਹੋ ਰਹੀ ਹੈ, ਕਿੱਥੇ ਕਲੋਜ਼ ਹੋ ਰਹੀ ਹੈ, ਤਾਂ ਕਿੱਥੇ ਐਲਸ ਦੀ ਓਪਨ ਹੋ ਰਹੀ ਹੈ, ਕਿੱਥੇ ਕਲੋਜ਼ ਹੋ ਰਹੀ ਹੈ। ਬਟ ਇਹਦੇ ਵਿੱਚ ਆ ਚੱਕਰ ਨਹੀਂ ਹੁੰਦਾਗਾ। ਇਫ ਐਲਸ ਲੈਡਰ ਦੇ ਵਿੱਚ ਕੀ ਹੁੰਦਾ ਰਾਜੇ, ਆਪਾਂ ਦੇਖੋ ਲਿਖਿਆ ਹੋਇਆ ਕਿ ਨੈਸਟਡ ਇਫ ਸਟੇਟਮੈਂਟ ਕਾਹਦੇ ਵਾਸਤੇ ਯੂਜ਼ ਕੀਤੀਆਂ ਜਾਂਦੀਆਂ। ਕਹਿੰਦਾ ਵੀ ਜਿਹੜਾ ਨੈਸਟਡ ਇਫ ਆ ਉਹ ਥੋੜਾ ਡਿਫਿਕਲਟ ਹੁੰਦਾ, ਉਹਨੂੰ ਈਜ਼ੀਲੀ ਅੰਡਰਸਟੈਂਡੇਬਲ ਬਣਾਉਣ ਵਾਸਤੇ ਆਪਾਂ ਕੀ ਯੂਜ਼ ਕਰਦੇ ਹਾਂ, ਆਪਾਂ ਇਫ ਐਲਸ ਲੈਡਰ ਸਟੇਟਮੈਂਟ ਯੂਜ਼ ਕਰਦੇ ਹਾਂ। ਥੋੜਾ ਜਿਹਾ ਆਪਾਂ ਨੂੰ ਕੀ ਆ ਜਾਂਦਾ, ਸੌਖਾ ਸਮਝ ਆ ਜਾਂਦਾ ਤੇ ਕੋਡਿੰਗ ਲਿਖਣੀ ਵੀ ਸੌਖੀ ਹੁੰਦੀ ਹੈ। ਤਾਂ ਇਹਦੇ ਵੀ ਦੇਖੋ ਸਿੰਟੈਕਸ ਕੀ ਹੁੰਦਾ, ਇਫ ਕੰਡੀਸ਼ਨ ਫਿਰ ਉਹਦੀ ਸਟੇਟਮੈਂਟ, ਫਿਰ ਐਲਸ ਦੇ ਨਾਲ ਹੀ ਇਫ ਯੂਜ਼ ਕਰ ਲੈਂਦੇ ਆਪਾਂ ਸੈਕੰਡ ਸਟੇਟਮੈਂਟ, ਐਲਸ ਦੇ ਨਾਲ ਹੀ ਥਰਡ ਕੰਡੀਸ਼ਨ ਯੂਜ਼ ਕਰ ਲੈਂਦੇ, ਜੇ ਚੌਥੀ ਹੋ ਗਈ ਫਿਰ ਨਾਲ ਕਰ ਲਾਂਗੇ ਯੂਜ਼। ਤਾਂ ਇਦਾਂ ਆਪਾਂ ਐਂਡ ਤੱਕ ਯੂਜ਼ ਕਰ ਸਕਦੇ ਹਾਂ। ਲਾਸਟ ਦੇ ਵਿੱਚ ਆਪਾਂ ਮੰਨ ਲਓ ਕੋਈ ਡਿਫਾਲਟ ਸਟੇਟਮੈਂਟ ਡਿਸਪਲੇ ਕਰਾਉਣੀ ਆਪਾਂ ਉਹ ਵੀ ਡਿਸਪਲੇ ਕਰਾ ਸਕਦੇ ਹਾਂ, ਉਹ ਆਪਣੀ ਮਰਜ਼ੀ ਹੈ। ਕਲੀਅਰ ਹੈ ਜੀ। ਅੱਗੇ ਚੱਲਦੇ ਹਾਂ ਜੀ। ਹੁਣ ਲਾਸਟ ਤੇ ਆ ਗਿਆ ਜੀ ਆਪਣੇ ਕੋਲੇ ਸਵਿਚ ਸਟੇਟਮੈਂਟ। ਹੁਣ ਸਵਿਚ ਸਟੇਟਮੈਂਟ ਕੀ ਹੈ ਜੀ, ਹੁਣ ਦੇਖੋ ਨੈਸਟਡ ਇਫ ਹੋ ਗਿਆ ਜਾਂ ਫਿਰ ਐਲਸ ਇਫ ਲੈਡਰ ਹੋ ਗਿਆ, ਉਹਨਾਂ ਦੇ ਵਿੱਚ ਵੀ ਪ੍ਰੋਬਲਮ ਕੀ ਸੀਗੀ ਕਿ ਆਪਾਂ ਨੂੰ ਸਾਰੀਆਂ ਸੀਕੁਐਂਸ ਵਾਈਜ਼ ਚੱਲਣਗੀਆਂ। ਦੇਖੋ ਸੀਕੁਐਂਸ ਪਹਿਲਾਂ ਕੰਡੀਸ਼ਨ 1 ਚੈੱਕ ਹੋਊਗੀ, ਫਿਰ 2, ਫਿਰ 3, ਫਿਰ 4। ਬਟ ਮੈਂ ਡਾਇਰੈਕਟਲੀ ਕੋਈ ਮੈਂ ਮਤਲਬ ਕਿ ਜੰਪ ਕਰਨਾ ਹੈ ਜਾਂ ਇਹ ਕਹਿ ਲਓ ਕਿ ਮੈਂ ਕੋਈ ਡਾਇਰੈਕਟਲੀ ਕੋਈ ਸਟੇਟਮੈਂਟ ਨੂੰ ਕੀ ਕਰਨਾ ਚਾਹੁੰਦਾ, ਡਿਸਪਲੇ ਕਰਾਉਣਾ ਚਾਹੁੰਦਾ, ਤਾਂ ਉਹਦੇ ਵਾਸਤੇ ਰਾਜੇ ਕੀ ਆਪਣੇ ਕੋਲੇ ਸਵਿਚ ਸਟੇਟਮੈਂਟ ਹੈ। ਹੁਣ ਸਵਿਚ ਸਟੇਟਮੈਂਟ ਬੇਸਿਕਲੀ ਕੰਮ ਕੀਤੇ ਕਰਦਾ ਕਿ ਆਪਾਂ ਕੋਈ ਨੰਬਰ ਦੇ ਸਕਦੇ ਹਾਂ, ਕੋਈ ਇੰਟੀਜਰ ਨੰਬਰ ਦੇ ਸਕਦੇ ਹਾਂ ਚੁਆਇਸ ਦੇ ਨਾਲ। ਹੁਣ ਜਿਵੇਂ ਮੰਨ ਲਓ ਹਫਤੇ ਦੇ ਵਿੱਚ ਦਿਨ ਕਿੰਨੇ ਹੁੰਦੇ ਆ, 7 ਹੁੰਦੇ ਆ। ਹਫਤੇ ਦੇ ਦਿਨ ਕਿੰਨੇ ਹੁੰਦੇ ਆ, 7 ਹੁੰਦੇ ਆ। ਮੈਂ ਡਾਇਰੈਕਟਲੀ ਕੀ ਹੈ 4 ਨੰਬਰ ਤੇ ਕਿਹੜਾ ਡੇ ਆਉਂਦਾ ਉਹ ਡਿਸਪਲੇ ਕਰਾਉਣਾ, 7 ਨੰਬਰ ਤੇ ਕਿਹੜਾ ਡੇ ਆਉਂਦਾ ਡਿਸਪਲੇ ਕਰਾਉਣਾ। ਮੈਂ ਸਾਰੀਆਂ ਡਿਸਪਲੇ ਨਹੀਂ ਕਰਾਉਣੇਗੇ ਵੀਕ ਦੇ ਡੇਜ਼, ਸਿਰਫ ਪਾਰਟਿਕੂਲਰਲੀ ਕੋਈ ਵਿੱਚੋਂ ਕਰਾਉਣਾ ਆਪਦੀ ਨੀਡ ਦੇ ਅਕੋਰਡਿੰਗ। ਤਾਂ ਉਹਦੇ ਵਾਸਤੇ ਸਵਿਚ ਸਟੇਟਮੈਂਟ ਯੂਜ਼ ਕੀਤੀ ਜਾਂਦੀ ਹੈ। ਜਿਹੜੀ ਸਵਿਚ ਸਟੇਟਮੈਂਟ ਹੁੰਦੀ ਹੈ ਰਾਜੇ ਹਮੇਸ਼ਾ ਕਿਤੇ ਕੰਮ ਕਰਦੀ ਹੈ, ਐਕਸਪ੍ਰੈਸ਼ਨ ਦੇ ਉੱਪਰ ਕੰਮ ਕਰਦੀ ਹੈ। ਆਪਾਂ ਦੇਖਦੇ ਹਾਂ। ਅੱਛਾ, ਇਹਦੇ ਵਿੱਚ ਹੁੰਦਾ ਕੀ ਹੈ
ਇਹਦੇ ਵਿੱਚ ਕੇਸ ਹੁੰਦੇ ਆ, ਜਿਵੇਂ ਕੇਸ 1 ਫਿਰ ਸਟੇਟਮੈਂਟ ਆ ਜਾਂਦੀ ਹੈ, ਫਿਰ ਬ੍ਰੇਕ, ਕੇਸ 2 ਸਟੇਟਮੈਂਟ, ਫਿਰ ਬ੍ਰੇਕ, ਕੇਸ 3 ਸਟੇਟਮੈਂਟ, ਫਿਰ ਬ੍ਰੇਕ। ਬ੍ਰੇਕ ਆਪਾਂ ਕਾਹਦੇ ਵਾਸਤੇ ਲਾਉਣੇ ਆ ਮੈਂ ਅੱਗੇ ਜਾ ਕੇ ਸਮਝਾਉਂਗਾ। ਬ੍ਰੇਕ ਬੇਸਿਕਲੀ ਜਿਵੇਂ ਆਪਾਂ ਗੱਡੀ ਦੇ ਵਿੱਚ ਬ੍ਰੇਕ ਮਾਰਦੇ ਆ ਕਾਹਦੇ ਵਾਸਤੇ, ਗੱਡੀ ਨੂੰ ਰੋਕਣ ਵਾਸਤੇ। ਐਵੇਂ ਰਾਜੇ ਇੱਕ ਬ੍ਰੇਕ ਕੀਵਰਡ ਯੂਜ਼ ਕਰਦੇ ਆ ਕਿਸੇ ਚੀਜ਼ ਨੂੰ ਰੋਕਣ ਵਾਸਤੇ, ਉਹ ਮੈਂ ਅੱਗੇ ਜਾ ਕੇ ਦੱਸਦਾ ਤੁਹਾਨੂੰ। ਮੈਂ ਜਿਹੜਾ ਸਵਿਚ ਸਟੇਟਮੈਂਟ ਹੈ ਨਾ ਮੈਂ ਪ੍ਰੋਗਰਾਮ ਦੇ ਨਾਲ ਸਮਝਾਉਣਾ ਹੈ। ਹੁਣ ਮੰਨ ਲਓ ਮੈਂ ਹਫ਼ਤੇ ਦੇ ਦਿਨ ਕੀ ਕਰਾਉਣੇ ਨੇ, ਡਿਸਪਲੇ ਕਰਾਉਣੇ ਨੇ, ਤਾਂ ਮੈਂ ਕੀ ਇੱਥੇ ਜੋ ਮੈਂ ਯੂਜ਼ਰ ਜਿਹੜਾ ਮੇਰਾ ਬਣਾਇਆ ਹੋਇਆ ਪ੍ਰੋਗਰਾਮ ਕੋਈ ਚਲਾਊਗਾ ਉਹਨੂੰ ਮੈਂ ਮੈਸੇਜ ਡਿਸਪਲੇ ਕਰਾ ਦੂੰਗਾ ਵੀ ਐਂਟਰ ਦਾ ਨੰਬਰ ਬਿਟਵੀਨ 1 to 7, ਕਿਉਂਕਿ ਜਿਹੜੇ ਹਫ਼ਤੇ ਦੇ ਦਿਨ ਹੁੰਦੇ ਆ 1 ਤੋਂ ਲੈ ਕੇ 7 ਦੇ ਵਿਚਕਾਰ ਹੀ ਹੋ ਸਕਦੇ ਆ। ਠੀਕ ਹੈ ਜੀ। ਤਾਂ ਮੈਂ ਕੇਸ 1 ਤੇ ਕੀ ਡੇਜ਼ ਰੱਖ ਲਿਓ, ਮੇਰੀ ਮਰਜ਼ੀ ਹੈ, ਮੰਡੇ ਵੀ ਰੱਖ ਸਕਦੇ ਆ। ਮੈਂ ਕੇਸ 1 ਤੇ ਰੱਖ ਲਿਆ ਕਿ ਅਗਰ ਕੋਈ 1 ਡਿਸਪਲੇ ਕਰਾਊਗਾ ਤਾਂ ਉਹਨੂੰ ਆਨਸਰ ਕੀ ਆਊਗਾ, ਸੰਡੇ। ਫਿਰ ਬ੍ਰੇਕ ਆ ਗਿਆ ਮੇਰਾ, ਫਿਰ ਕੇਸ 2 ਆ ਗਿਆ, ਫਿਰ ਮੰਡੇ, ਫਿਰ ਬ੍ਰੇਕ ਆ ਗਿਆ ਕੇਸ 3, ਫਿਰ ਟਿਊਜ਼ਡੇ, ਸੋ ਔਨ ਲਾਸਟ ਤੱਕ ਚੱਲ ਜੂਗਾ। ਤੇ ਡਿਫਾਲਟ ਦੇ ਵਿੱਚ ਕੀ ਹੁੰਦਾ ਕਿ ਮੰਨ ਲਓ ਡਿਫਾਲਟ ਦਾ ਮਤਲਬ ਹੁੰਦਾ ਕਿ ਕੋਈ ਬੰਦਾ ਗਲਤੀ ਦੇ ਨਾਲ 10 ਨੰਬਰ ਡਿਸਪਲੇ ਕਰਾ ਦੂਗਾ, ਲੇਕਿਨ ਹਫ਼ਤੇ ਵਿੱਚ ਤਾਂ ਦਿਨ ਕਿੰਨੇ ਹੁੰਦੇ ਆ, 7 ਹੀ ਹੁੰਦੇ ਆ। ਤਾਂ 10 ਨੰਬਰ ਤੇ ਕੋਈ ਨਾ ਕੋਈ ਤਾਂ ਆਪਣੇ ਸਾਹਮਣੇ ਆਊਟਪੁੱਟ ਆਉਣੀ ਚਾਹੀਦੀ ਹੈ, ਕੋਈ ਮੈਸੇਜ ਆਵੇ। ਜੇ ਕੋਈ ਬੰਦਾ 10 ਇੱਥੇ ਪ੍ਰਿੰਟ ਕਰਾਉਣ ਦੀ ਕੋਸ਼ਿਸ਼ ਕਰੂਗਾ ਤਾਂ ਉੱਥੇ ਕੀ ਲਿਖਿਆ ਆ ਜਾਊਗਾ ਕਿ ਰੋਂਗ ਇਨਪੁੱਟ, ਕਿਉਂਕਿ ਆਪਾਂ ਨੰਬਰ ਕੀ ਪੁੱਟ ਕਰਾਉਣੇ ਆ 1 ਤੋਂ ਲੈ ਕੇ 7 ਦੇ ਵਿਚਕਾਰ ਹੀ ਕਰਾਉਣੇ ਆ, ਉਹੀ ਵੈਲਿਡ ਆਨਸਰ ਆਊਗਾ। ਤਾਂ ਮੰਨ ਲਓ ਹੁਣ ਆਊਟਪੁੱਟ ਕੀ ਆਈ, ਕਿਸੇ ਬੰਦੇ ਨੇ ਕਹਿੰਦਾ ਉਹਨੂੰ ਮੈਸੇਜ ਆਇਆ ਵੀ ਐਂਟਰ ਦਾ ਨੰਬਰ ਬਿਟਵੀਨ 1 to 7, ਉਹਨੇ 3 ਨੰਬਰ ਕੀਤਾ ਤਾਂ 3 ਨੰਬਰ ਤੇ ਕਿਹੜਾ ਡੇਜ਼ ਪਿਆ, ਟਿਊਜ਼ਡੇ, ਤਾਂ ਮੇਰਾ ਆਨਸਰ ਕੀ ਆ ਜਾਊਗਾ, ਟਿਊਜ਼ਡੇ ਆ ਜਾਊਗਾ। ਮੰਨ ਲਓ ਮੈਂ 5 ਨੰਬਰ ਕਰਦਾ ਤਾਂ ਮੇਰਾ ਆਨਸਰ ਕੀ ਆ ਜਾਊਗਾ, ਥਰਸਡੇ ਆ ਜਾਊਗਾ। 7 ਨੰਬਰ ਕਰਦਾ ਮੇਰਾ ਆਨਸਰ ਕੀ ਆ ਜਾਊਗਾ, ਸੈਟਰਡੇ ਆ ਜਾਊਗਾ। ਤਾਂ ਕਲੀਅਰ ਹੈ ਜੀ, ਇਦਾਂ ਆਪਣੀ ਸਵਿਚ ਸਟੇਟਮੈਂਟ ਯੂਜ਼ ਕੀਤੀ ਜਾਂਦੀ ਹੈ। ਬਟ ਇੱਕ ਗੱਲ ਯਾਦ ਰੱਖਣਾ, ਇਹ ਹਮੇਸ਼ਾ ਦੇਖੋ ਇੰਟੀਜ਼ਰ ਨੰਬਰ ਤੇ ਯੂਜ਼ ਹੁੰਦੀ ਹੈ। ਆ ਦੇਖੋ ਮੈਂ ਡੇਜ਼ ਲਿਆ ਤਾਂ ਡੇ ਦੇ ਵਿੱਚ ਮੇਰੀ ਵੈਲਿਊ ਕੀ ਆਊਗੀ, ਇੰਟੀਜ਼ਰ ਆਊਗੀ 1 ਤੋਂ ਲੈ ਕੇ 7 ਤੱਕ। ਮੈਂ ਮੰਥ ਕਰਾ ਸਕਦਾ ਜਨਵਰੀ ਫਰਵਰੀ, ਤਾਂ ਉਹਦੇ ਵਿੱਚ ਮੈਂ 1 ਤੋਂ ਲੈ ਕੇ ਕਿੰਨੇ ਕਰਾਊਂਗਾ, 12, ਕਿਉਂਕਿ 12 ਮਹੀਨੇ ਹੁੰਦੇ ਆ। ਕਲੀਅਰ ਹੈ ਜੀ, ਕਰ ਲਓਗੇ ਸਵਿਚ ਸਟੇਟਮੈਂਟ। ਆਪਣੀਆਂ ਜਿਹੜੀਆਂ ਹੈਗੀਆਂ ਨੇ ਕੰਡੀਸ਼ਨਲ ਸਟੇਟਮੈਂਟ ਸਾਰੀਆਂ ਕਲੀਅਰ ਹੋ ਗਈਆਂ। ਨੈਕਸਟ ਹੈਗੀਆਂ ਜੀ ਤੁਹਾਡੀਆਂ ਲੂਪਿੰਗ ਸਟੇਟਮੈਂਟ। ਹੁਣ ਤੁਸੀਂ ਦੇਖਿਆ ਹੋਊਗਾ ਕਲਾਸ ਦੇ ਵਿੱਚ ਟੀਚਰ, ਤੁਸੀਂ ਜਦੋਂ ਛੋਟੇ ਹੁੰਦੇ ਸੀ, ਚਾਹੇ ਤੁਸੀਂ ਜਿੱਥੇ ਮਰਜ਼ੀ ਪੜ੍ਹ ਕੇ ਆਏ ਹੋ, ਕਾਲਜ ਦੇ ਵਿੱਚ ਪੜ੍ਹ ਕੇ ਆਏ ਹੋ, ਯੂਨੀਵਰਸਿਟੀ ਦੇ ਵਿੱਚ ਪੜ੍ਹ ਕੇ ਆਏ ਹੋ, ਤੁਹਾਡੀ ਅਟੈਂਡੈਂਸ ਹੁੰਦੀ ਸੀਗੀ। ਠੀਕ ਹੈ, ਟੀਚਰ ਅਟੈਂਡੈਂਸ ਕਿਵੇਂ ਲਾਉਂਦਾ, 1 2 3 4 5, ਤਾਂ ਸੇਮ ਚੀਜ਼ ਨੂੰ ਕੀ ਕਰ ਰਿਹਾ, ਰਿਪੀਟ ਕਰ ਰਿਹਾ, ਰੋਲ ਨੰਬਰ 1 2 3 4 5। ਤਾਂ ਬੇਸਿਕਲੀ ਲੂਪਿੰਗ ਸਟੇਟਮੈਂਟ ਉੱਥੇ ਵਰਤੀਆਂ ਜਾਂਦੀਆਂ ਜਿੱਥੇ ਤੁਸੀਂ ਕੋਈ ਸਟੇਟਮੈਂਟਸ ਨੂੰ ਕੀ ਕਰਨਾ ਹੋਵੇ, ਵਾਰ-ਵਾਰ ਰਿਪੀਟ ਕਰਨਾ ਹੋਵੇ। ਠੀਕ ਹੈ, ਬਟ ਉਹ ਰਿਪੀਟ ਕਦੋਂ ਤੱਕ ਹੋਣਗੀਆਂ, ਹੁਣ ਮੰਨ ਲਓ ਕਲਾਸ ਦੇ ਵਿੱਚ ਕਿੰਨੇ 10 ਬੱਚੇ ਆ ਮੰਨ ਲਓ, ਤਾਂ ਮੇਰੇ 9 ਤੇ 10 ਜਾ ਕੇ ਮੈਂ ਕੀ ਕਰੂੰਗਾ, ਰੁਕ ਜੂੰਗਾ। ਟੀਚਰ ਕੀ ਕਰੂਗਾ, ਰੁਕ ਜੂਗਾ। ਤਾਂ ਲੂਪ ਨੂੰ ਰੋਕਣ ਵਾਸਤੇ ਇੱਕ ਕੰਡੀਸ਼ਨ ਹੋਣੀ ਜ਼ਰੂਰੀ ਹੈ, ਅਦਰਵਾਈਜ਼ ਲੂਪ ਕੀ ਹੋਊਗਾ, ਇਨਵੈਲਿਡ ਹੋ ਜਾਊਗਾ। ਤਾਂ ਲੂਪ ਬੇਸਿਕਲੀ ਕਰਦਾ ਕੀ ਹੈ, ਜਿਹੜੀਆਂ ਸਟੇਟਮੈਂਟਸ ਨੂੰ ਵਾਰ-ਵਾਰ ਆਪਾਂ ਰਿਪੀਟ ਕਰਵਾ ਸਕਦੇ ਹਾਂ ਨੰਬਰ ਆਫ ਟਾਈਮਸ, ਤੇ ਨਾਲ ਉਹਨੂੰ ਰੋਕਣ ਵਾਸਤੇ ਕੀ ਹੋਣੀ, ਮੇਰੇ ਕੋਲ ਕੀ ਹੋਣੀ ਚਾਹੀਦੀ ਹੈ, ਐਗਜ਼ਿਟ ਪੁਆਇੰਟ ਹੋਣਾ ਚਾਹੀਦਾ ਹੈ। ਇਹ ਸਾਰਾ ਕੁਝ ਇਹਦੇ ਵਿੱਚ ਲਿਖਿਆ ਹੋਇਆ ਰਾਜੇ, ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ। ਆਪਣੇ ਕੋਲੇ ਕੀ ਹੈ ਰਾਜੇ, 3 ਤਰ੍ਹਾਂ ਦੇ ਨੇ, ਫॉर ਲੂਪ, ਵਾਈਲ ਲੂਪ ਤੇ ਡੂ ਵਾਈਲ ਲੂਪ, ਤਿੰਨੇ ਇੰਪੋਰਟੈਂਟ ਨੇ ਆਪਣੇ ਕੋਲੇ। ਹੁਣ ਦੇਖੋ ਜੀ, ਲੂਪ ਸਟੇਟਮੈਂਟ ਪਹਿਲਾਂ ਆਪਾਂ ਫॉर ਲੂਪ ਦੀ ਗੱਲ ਕਰਦੇ ਹਾਂ। ਜਿਹੜਾ ਫॉर ਲੂਪ ਹੈ ਇਹਨੂੰ ਬੈਸਟ ਮੰਨਿਆ ਜਾਂਦਾ ਸਾਰਿਆਂ ਤੋਂ। ਕਿਉਂ ਮੰਨਿਆ ਜਾਂਦਾ ਹੈ? ਹੁਣ ਦੇਖੋ ਆਪਣੇ ਕੋਲੇ 3 ਚੀਜ਼ਾਂ ਹੁੰਦੀਆਂ, ਥੋੜਾ ਜਿਹਾ ਧਿਆਨ ਦੇਣਾ ਸਮਝਣਾ ਇਸ ਚੀਜ਼ ਨੂੰ। ਆਪਣੇ ਕੋਲੇ 3 ਚੀਜ਼ਾਂ ਹੁੰਦੀਆਂ, ਇੱਕ ਹੁੰਦੀ ਹੈ ਜੀ ਇਨੀਸ਼ੀਅਲਾਈਜੇਸ਼ਨ ਹੁੰਦੀ ਹੈ, ਇੱਕ ਹੁੰਦੀ ਹੈ ਜੀ ਕੰਡੀਸ਼ਨ, ਤੇ ਇੱਕ ਹੁੰਦਾ ਜੀ ਇਨਕਰੀਮੈਂਟ ਤੇ ਡਿਕਰੀਮੈਂਟ। ਹੁਣ ਤੁਹਾਨੂੰ ਮੈਂ ਦੱਸਦਾ ਇਹ ਹੁੰਦਾ ਕੀ ਹੈ। ਹੁਣ ਮੰਨ ਲਓ ਟੀਚਰ ਨੇ ਕਲਾਸ ਦੇ ਵਿੱਚ ਅਟੈਂਡੈਂਸ ਸ਼ੁਰੂ ਕਰਨੀ ਹੈ, ਮੰਨ ਲਓ ਕਲਾਸ ਦੇ ਰੋਲ ਨੰਬਰ ਸਟਾਰਟ ਹੋ ਰਿਹਾ 101 ਤੋਂ, ਤਾਂ ਉਹਦੀ ਇਨੀਸ਼ੀਅਲਾਈਜੇਸ਼ਨ ਸਟੇਟਮੈਂਟ ਕੀ ਹੋਗੀ ਵੀ ਉਹਨੇ 101 ਤੋਂ ਰੋਲ ਨੰਬਰ ਸਟਾਰਟ ਕਰਨੇ ਆ। ਹੁਣ 101 ਤੋਂ ਬਾਅਦ ਰੋਲ ਨੰਬਰ ਕਿੰਨਾ ਆਊਗਾ, 102 ਆਊਗਾ। ਤਾਂ ਉਹਨੇ ਕੀ ਕਰਨਾ, ਇਨਕਰੀਮੈਂਟ ਕਰਨਾ ਹੈ। ਤਾਂ ਇਨਕਰੀਮੈਂਟ ਵਾਸਤੇ ਕੀ ਕਰਦੇ ਆਪਾਂ, +1 ਕਰਦੇ ਆ। ਇਹ ਹੋ ਗਿਆ ਜਿਹੜਾ ਇਨਕਰੀਮੈਂਟ। ਜੇ ਮੈਂ ਉਲਟ ਰੋਲ ਨੰਬਰ ਮੈਂ ਕਹਾਂ ਪੁੱਠੀ ਗਿਣਤੀ ਕਰਨੀ ਹੈ, ਮੈਂ ਜਿਵੇਂ ਮੰਨ ਲਓ 104 103 102, ਉਹਦੇ ਵਾਸਤੇ ਮੈਂ ਕੀ ਕਰੂੰਗਾ, ਡਿਕਰੀਮੈਂਟ ਕਰੂੰਗਾ। ਠੀਕ ਹੈ ਜੀ। ਕੰਡੀਸ਼ਨ ਦਾ ਮਤਲਬ ਕੀ ਹੈ ਕਿ ਰੋਲ ਨੰਬਰ ਸਿਰਫ 105 ਨੇ ਕਲਾਸ ਦੇ ਵਿੱਚ। ਜਦੋਂ ਮੈਂ 105 ਰੋਲ ਨੰਬਰ ਤੇ ਪਹੁੰਚ ਗਿਆ, ਮੈਂ ਕੀ ਕਰੂੰਗਾ, ਇੱਥੇ ਰੁਕ ਜਾਊਂਗਾ। ਠੀਕ ਹੈ, ਮੈਂ ਕੀ ਕਰੂੰਗਾ, ਇੱਥੇ ਐਗਜ਼ਿਟ ਪੁਆਇੰਟ ਮੇਰਾ ਕੀ ਹੈ, 105 ਰੋਲ ਨੰਬਰ ਹੈ। ਤਿੰਨੇ ਵਰਡ ਸਮਝ ਆ ਗਏ, ਇਨੀਸ਼ੀਅਲਾਈਜੇਸ਼ਨ ਕੀ ਹੁੰਦੀ ਹੈ, ਕੰਡੀਸ਼ਨ ਕੀ ਹੁੰਦੀ ਹੈ, ਤੇ ਇਨਕਰੀਮੈਂਟ ਤੇ ਡਿਕਰੀਮੈਂਟ ਕੀ ਹੁੰਦਾ ਹੈ। ਹੁਣ ਜਿਹੜਾ ਇਹਦਾ ਸਿੰਟੈਕਸ, ਪਲੀਜ਼ ਸਿੰਟੈਕਸ ਨੂੰ ਦਿਮਾਗ 'ਚ ਬਿਠਾ ਕੇ ਜਾਇਓ, ਸਿੰਟੈਕਸ ਤੋਂ ਕੁਐਸਚਨ ਬਹੁਤ ਪੁੱਛੇ ਜਾਣਗੇ। ਕਹਿੰਦਾ ਜੀ ਫॉर ਲੂਪ ਦੇ ਵਿੱਚ ਕੀ ਹੁੰਦਾ ਬੇਟੇ, ਇਨੀਸ਼ੀਅਲਾਈਜੇਸ਼ਨ ਵੀ ਹੋ ਰਹੀ ਹੈ, ਕੰਡੀਸ਼ਨ ਵੀ ਚੈੱਕ ਹੋ ਰਹੀ ਹੈ, ਤੇ ਇਨਕਰੀਮੈਂਟ ਡਿਕਰੀਮੈਂਟ ਵੀ ਹੋਣਗੇ। ਠੀਕ ਹੈ ਜੀ। ਹੁਣ ਇਹ ਹੁੰਦੇ ਕਿਵੇਂ ਰਾਜੇ, ਪ੍ਰੋਗਰਾਮ ਤੋਂ ਬਿਨਾਂ ਤੁਹਾਨੂੰ ਸਮਝ ਨਹੀਂ ਆਊਗਾ। ਪ੍ਰੋਗਰਾਮ ਤੁਹਾਡੇ ਸਾਹਮਣੇ ਆ ਰਿਹਾ। ਹੁਣ ਦੇਖੋ ਜੀ, ਉੱਪਰ ਆਪਣੇ ਹੈਡਰ ਫਾਈਲਾਂ ਆ ਗਈਆਂ, ਇਸ ਤੋਂ ਬਾਅਦ ਵੋਇਡ ਮੇਨ ਸਟਾਰਟ ਹੋ ਗਿਆ। ਮੈਂ ਕੀ ਲੈ ਲਿਆ ਜੀ, ਇੱਕ ਆਈ ਲੈ ਲਿਆ। ਆਈ ਕੀ ਲੈ ਲਿਆ ਮੈਂ ਰਾਜੇ, ਇੱਕ ਵੇਰੀਏਬਲ ਲੈ ਲਿਆ ਜਿਸ 'ਚ ਵੈਲਿਊ ਆਊਗੀ, ਕਿਉਂਕਿ ਮੈਂ ਕੀ ਕਰਾਉਣੇ ਆ, ਪ੍ਰਿੰਟ 1 ਤੋਂ ਲੈ ਕੇ 10 ਤਰ੍ਹਾਂ ਦੇ ਇੰਟੀਜਰ ਵੈਲਿਊ ਪ੍ਰਿੰਟ ਕਰਾਉਣੇ ਆ। ਐਂ ਕਹ ਲਓ ਮੈਂ ਰੋਲ ਨੰਬਰ ਪ੍ਰਿੰਟ ਕਰਾਉਣੇ ਆ 1 ਤੋਂ ਲੈ ਕੇ 10 ਤੱਕ। ਹੁਣ ਜਦੋਂ ਮੈਂ ਫॉर ਲੂਪ ਲਾਇਆ, ਦੇਖੋ ਆਹ ਲਾਈਨ ਨੂੰ ਧਿਆਨ ਨਾਲ ਦੇਖੋ। ਮੈਂ ਕੀ ਕੀਤਾ ਜੀ, ਪਹਿਲਾਂ ਇਨੀਸ਼ੀਅਲਾਈਜੇਸ਼ਨ ਕੀਤੀ, ਆਈ ਨੂੰ 1 ਤੋਂ ਸਟਾਰਟ ਕਰਤਾ, ਤਾਂ ਮੇਰੇ ਕੋਲੇ ਸਟਾਰਟਿੰਗ ਦੇ ਵਿੱਚ ਇਨੀਸ਼ੀਅਲ ਵੈਲਿਊ ਕੀ ਆ ਗਈ, ਆਈ ਦੇ ਵਿੱਚ ਕਿੰਨੀ ਵੈਲਿਊ ਆ ਗਈ, 1 ਆ ਗਈ। ਇਸ ਤੋਂ ਬਾਅਦ ਮੈਂ ਕੰਡੀਸ਼ਨ ਕੀ ਲਾਈ ਹੈ, ਜਿਹੜੀ ਆਈ ਹੈਗੀ ਹੈ ਰਾਜੇ, ਉਹ <= 10 ਤੱਕ ਚੱਲੂਗੀ, ਮਤਲਬ ਕਿ 10 ਤੱਕ ਰੋਲ ਨੰਬਰ ਪ੍ਰਿੰਟ ਹੋਣਗੇ।
ਹੁਣ ਜਦੋਂ i1 ਆ ਗਿਆ ਉਸ ਤੋਂ ਬਾਅਦ ਮੈਂ ਕੀ ਲਗਾਤਾ ਰਾਜੇ ਤੇ ਕੰਡੀਸ਼ਨ ਲਗਾਤੀ i ਲੈਸ ਦੈਨ ਇਕੁਅਲ ਟੂ 10 ਤਾਂ i ਦੇ ਵਿੱਚ ਵੈਲਿਊ ਕਿੰਨੀ ਆ 1 ਹੈ ਤੇ ਲੈਸ ਦੈਨ ਇਕੁਅਲ ਟੂ 10 ਤਾਂ ਕੰਡੀਸ਼ਨ ਚੈੱਕ ਹੋਊਗੀ ਵੀ 1 10 ਤੋਂ ਘੱਟ ਹੈ ਲੈਸ ਹੈ ਤਾਂ ਲੈਸ ਹੈ ਜੀ ਬਿਲਕੁਲ ਠੀਕ ਹੈ ਇਕੁਅਲ ਟੂ ਨਹੀਂ ਹੈਗਾ ਬਟ ਲੇਕਿਨ ਲੈਸ ਤਾਂ ਹੈਗਾ ਨਾ ਤਾਂ ਟਰੂ ਹੋ ਗਿਆ ਤਾਂ ਕੀ ਹੋਊਗਾ ਜੀ ਇੱਥੇ ਆਪਣੇ ਕੋਲ 1 ਡਿਸਪਲੇ ਹੋ ਜਾਊਗਾ ਤਾਂ ਇੱਥੇ ਆਪਣੇ ਕੋਲ ਆਊਟਪੁੱਟ ਦੇ ਵਿੱਚ ਕੀ ਆ ਗਿਆ 1 ਆ ਗਿਆ ਠੀਕ ਹੈ ਜੀ। ਫਿਰ ਕੀ ਹੋ ਗਿਆ ਜੀ ਅਗਲੀ ਵਾਰੀ ਕੀ ਹੋਊਗਾ ਇਨਕਰੀਮੈਂਟ ਦਾ ਮਤਲਬ ਤੁਹਾਨੂੰ ਮੈਂ ਦੱਸਿਆ ਸੀਗਾ ਵੀ i++ ਦਾ ਮਤਲਬ ਕੀ ਹੈ ਕੰਪਿਊਟਰ ਦੇ ਵਿੱਚ i ਦੇ ਵਿੱਚ ਇੱਕ ਪਲੱਸ ਹੋ ਜੂਗੀ ਵੈਲਿਊ ਪਹਿਲਾਂ 1 ਸੀਗੀ ਹੁਣ i ਦੇ ਵਿੱਚ ਕਿੰਨੀ ਹੋ ਗਈ ਜੀ 2 ਵੈਲਿਊ ਹੋ ਗਈ ਫਿਰ 2 ਨੂੰ ਚੈੱਕ ਕਰੂਗਾ 2 ਲੈਸ ਹੈ 10 ਤੋਂ ਤਾਂ 2 ਡਿਸਪਲੇ ਕਰਾ ਦੂਗਾ ਫਿਰ 3 ਫਿਰ 4 ਫਿਰ 5 ਕਹਿਣ ਦਾ ਭਾਵ ਲਾਸਟ ਤੇ ਆਪਾਂ 10 ਤੇ ਆ ਗਏ ਜਦੋਂ ਆਪਾਂ 10 ਤੇ ਆਵਾਂਗੇ i ਦੇ ਵਿੱਚ ਕਿੰਨੀ ਵੈਲਿਊ ਆ ਗਈ 10 ਆ ਜੂਗੀ ਤਾਂ 10 ਨੂੰ ਆਪਾਂ ਚੈੱਕ ਕਰਦੇ ਹਾਂ 10 ਲੈਸ ਦੈਨ ਇਕੁਅਲ ਟੂ 10 ਠੀਕ ਹੈ ਜੀ 10 ਲੈਸ ਦੈਨ ਤਾਂ ਨਹੀਂ ਹੈਗਾ ਲੇਕਿਨ ਇਕੁਅਲ ਟੂ ਤਾਂ ਹੈਗਾ ਨਾ ਤਾਂ 10 ਵੀ ਡਿਸਪਲੇ ਹੋ ਗਿਆ ਕਹਿਣ ਦਾ ਭਾਵ ਕਿ ਮੇਰੇ ਕੋਲ 10 ਹੋ ਗਏ ਪਰ ਹੁਣ ਅਗਲੀ ਵਾਰੀ ਫਿਰ ਇਨਕਰੀਮੈਂਟ ਹੋਊਗੀ 11 ਵੈਲਿਊ ਹੁਣ i ਦੀ ਵੈਲਿਊ ਆਪਾਂ 11 ਲੈਣੇ ਆ ਤੇ ਬਾਅਦ ਕੀ ਹੋਊਗੀ ਕੰਡੀਸ਼ਨ ਚੈੱਕ ਹੋਊਗੀ ਇਹਨੇ ਰੁਕਣਾ ਕਦੋਂ ਆ ਜਦੋਂ ਕੰਡੀਸ਼ਨ ਕੀ ਹੋਗੀ ਮੇਰੀ ਫਾਲਸ ਹੋਗੀ ਹੁਣ 11 ਜਿਹੜਾ ਹੈਗਾ ਲੈਸ ਦੈਨ ਇਕੁਅਲ ਟੂ 10 ਦੇਖੋ 11 10 ਤੋਂ ਲੈਸ ਹੈਗਾ ਨਹੀਂ ਜੀ ਗਲਤ ਹੈ 11 10 ਦੇ ਬਰਾਬਰ ਹੈਗਾ ਨਹੀਂ ਜੀ ਤਾਂ ਕਹਿਣ ਦਾ ਮਤਲਬ ਕਿ ਮੇਰੀ ਐਗਜ਼ਿਟ ਪੁਆਇੰਟ ਕੀ ਹੈ ਮੇਰਾ 10 ਵੈਲਿਊ ਹੈ ਤਾਂ ਇਸ ਤਰ੍ਹਾਂ ਇਹ ਲੂਪ ਚੱਲਦਾ ਹੈ ਇਹਦੇ ਵਿੱਚ ਇਨੀਸ਼ੀਅਲਾਈਜੇਸ਼ਨ ਵੀ ਹੁੰਦੀ ਹੈ ਕੰਡੀਸ਼ਨ ਵੀ ਚੈੱਕ ਹੁੰਦੀ ਹੈ ਇਨਕਰੀਮੈਂਟ ਡਿਕਰੀਮੈਂਟ ਵੀ ਕਰ ਸਕਦੇ ਆਪਾਂ ਆਪਦੀ ਨੀਡ ਦੇ ਅਕੋਰਡਿੰਗ ਕਲੀਅਰ ਹੈ ਜੀ ਚੱਲਦੇ ਹਾਂ ਜੀ ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਊਗਾ ਫॉर ਲੂਪ ਅੱਗੇ ਆ ਗਿਆ ਜੀ ਵਾਈਲ ਲੂਪ ਰਾਜੇ ਲੂਪ ਸਾਰੇ ਕੰਮ ਸੇਮ ਕਰਦੇ ਆ ਬਟ ਸਿੰਟੈਕਸ ਦਾ ਫਰਕ ਹੈ ਤੇ ਆਪਣੀ ਨੀਡ ਦੇ ਅਕੋਰਡਿੰਗ ਆਪਾਂ ਕਿਤੇ ਵਾਈਲ ਲੂਪ ਯੂਜ਼ ਕਰਦੇ ਆ ਕਿਤੇ ਫॉर ਲੂਪ ਯੂਜ਼ ਕਰਦੇ ਆ ਠੀਕ ਹੈ ਇਹ ਵੱਖਰਾ ਵੱਖਰਾ ਆਪਣੇ ਵਾਸਤੇ ਇੱਕ ਸੁਵਿਧਾ ਦਿੱਤੀ ਗਈ ਹੈ ਸੀ ਪ੍ਰੋਗਰਾਮਿੰਗ ਵੱਲੋਂ ਹੁਣ ਕਹਿੰਦਾ ਜੀ ਵਾਈਲ ਲੂਪ ਇਜ਼ ਯੂਜ਼ਡ ਟੂ ਐਗਜ਼ੀਕਿਊਟ ਐਂਡ ਰਿਪੀਟ ਅ ਬਲੌਕ ਆਫ ਸਟੇਟਮੈਂਟਸ ਡਿਪੈਂਡਿੰਗ ਔਨ ਦਾ ਕੰਡੀਸ਼ਨ ਹੁਣ ਇਹਦੇ ਵਿੱਚ ਕੀ ਹੈ ਰਾਜੇ ਸਿਮਿਲਰ ਇਹ ਉਹੀ ਕੰਮ ਕਰਦਾ ਹੈ ਇਹਦੇ ਵਿੱਚ ਵੀ ਤਿੰਨ ਚੀਜ਼ਾਂ ਹੋਣਗੀਆਂ ਇਨੀਸ਼ੀਅਲਾਈਜੇਸ਼ਨ ਹੋਊਗੀ ਕੰਡੀਸ਼ਨ ਹੋਊਗੀ ਇਨਕਰੀਮੈਂਟ ਡਿਕਰੀਮੈਂਟ ਹੋਊਗਾ ਬਟ ਫਰਕ ਕੀ ਹੈਗਾ ਸਿਰਫ ਸਿੰਟੈਕਸ ਦਾ ਫਰਕ ਹੈ ਹੁਣ ਸਿੰਟੈਕਸ ਕੀ ਹੈ ਰਾਜੇ ਪਹਿਲਾਂ ਆਪਾਂ ਜਿਵੇਂ ਫॉर ਲੂਪ ਦੇ ਅੰਦਰ ਹੀ ਆਪਾਂ ਸਾਰਾ ਕੁਝ ਕਰਦੇ ਸੀ ਦੇਖੋ ਫॉर ਲੂਪ ਦੇ ਵਿੱਚ ਹੀ ਇਨੀਸ਼ੀਅਲਾਈਜੇਸ਼ਨ ਕਰਦੇ ਸੀ ਕੰਡੀਸ਼ਨ ਕਰਦੇ ਸੀਗੇ ਇਨਕਰੀਮੈਂਟ ਡਿਕਰੀਮੈਂਟ ਕਰਦੇ ਸੀ ਪਰ ਮਤਲਬ ਵਾਈਲ ਲੂਪ ਦੇ ਵਿੱਚ ਕੀ ਕਰਾਂਗੇ ਇਨੀਸ਼ੀਅਲਾਈਜੇਸ਼ਨ ਉੱਪਰ ਹੋਊਗੀ ਵਾਈਲ ਦੇ ਵਿੱਚ ਕੱਲੀ ਕੰਡੀਸ਼ਨ ਚੈੱਕ ਹੋਊਗੀ ਜਿਵੇਂ ਇਫ ਦੇ ਵਿੱਚ ਕੱਲੀ ਕੰਡੀਸ਼ਨ ਚੈੱਕ ਕਰਦੇ ਆ ਉਵੇਂ ਵਾਈਲ ਦੇ ਵਿੱਚ ਕੱਲੀ ਕੀ ਹੋਊਗੀ ਆਪਣੇ ਕੋਲ ਕੰਡੀਸ਼ਨ ਚੈੱਕ ਹੋਊਗੀ ਤੇ ਇਹਦੇ ਅੰਦਰ ਹੀ ਕੀ ਹੋਊਗਾ ਇਨਕਰੀਮੈਂਟ ਤੇ ਡਿਕਰੀਮੈਂਟ ਹੋਊਗਾ ਆਪਾਂ ਪ੍ਰੋਗਰਾਮ ਦੀ ਹੈਲਪ ਦੇ ਨਾਲ ਸਮਝਦੇ ਹਾਂ ਇਸ ਚੀਜ਼ ਨੂੰ ਸੇਮ ਕੰਮ ਕਰਨਾ ਆਪਾਂ ਕੀ ਹੈ ਰੋਲ ਨੰਬਰ ਡਿਸਪਲੇ ਕਰਾਉਣੇ 1 ਤੋਂ ਲੈ ਕੇ 10 ਤੱਕ ਹੁਣ ਜਿਵੇਂ ਇਹਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਇੱਥੇ ਇੱਕ ਬ੍ਰੈਕਟ ਲਗਾ ਲਿਓ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਰਾਜੇ ਇੱਥੇ ਆਪਾਂ ਇੱਕ ਵੈਲਿਊ ਲਵਾਂਗੇ i ਦੇ ਵਿੱਚ 1 ਠੀਕ ਹੈ ਸੇਮ ਉਹੀ ਕੰਮ ਕਰ ਰਿਹਾ ਇੱਥੇ ਕੰਡੀਸ਼ਨ ਚੈੱਕ ਹੋਊਗੀ ਹੁਣ ਦੇਖੋ ਵਾਈਲ ਦੇ ਵਿੱਚ ਕੰਡੀਸ਼ਨ ਕੀ ਚੈੱਕ ਹੋ ਰਹੀ ਹੈ i ਲੈਸ ਦੈਨ ਇਕੁਅਲ ਟੂ 10 ਹੈਗਾ ਠੀਕ ਹੈ ਤੇ i ਦੀ ਵੈਲਿਊ ਕਿੰਨੀ ਹੈ 1 ਤਾਂ ਟਰੂ ਹੈ ਇਸ ਤੋਂ ਬਾਅਦ i ਹੋ ਗਿਆ ਜੀ 1 ਮੇਰਾ ਕੀ ਹੋ ਗਿਆ ਡਿਸਪਲੇ ਹੋ ਗਿਆ ਹੁਣ ਅੱਗੇ ਜਾ ਕੇ ਕੀ ਹੋਊਗਾ ਰਾਜੇ ਇਨਕਰੀਮੈਂਟ ਹੋਊਗਾ ਅੱਗੇ ਜਾ ਕੇ ਕੀ ਹੋਊਗਾ ਇਨਕਰੀਮੈਂਟ ਹੋਊਗਾ ਸੇਮ ਕੰਮ ਹੋ ਰਿਹਾ ਲੇਕਿਨ ਇੱਥੇ ਇਨੀਸ਼ੀਅਲਾਈਜੇਸ਼ਨ ਕੰਡੀਸ਼ਨ ਤੇ ਇਨਕਰੀਮੈਂਟ ਡਿਕਰੀਮੈਂਟ ਕੀ ਹੈ ਵੱਖਰੀ ਵੱਖਰੀ ਜਗ੍ਹਾ ਤੇ ਲਿਖਿਆ ਹੋਇਆ ਸਿੰਟੈਕਸ ਦਾ ਫਰਕ ਹੈਗਾ ਕੰਮ ਸਾਰਾ ਉਹ ਸੇਮ ਹੋ ਰਿਹਾ ਲਾਸਟ ਵਨ ਆ ਗਿਆ ਜੀ ਤੁਹਾਡਾ ਡੂ ਵਾਈਲ ਲੂਪ ਰਾਜੇ ਬਹੁਤ ਇੰਪੋਰਟੈਂਟ ਲੂਪ ਹੈ ਕਿਉਂਕਿ ਇਹਨੂੰ ਆਪਾਂ ਕੀ ਕਹਿ ਦਿੰਦੇ ਆ ਜੀ ਐਗਜ਼ਿਟ ਕੰਟਰੋਲ ਲੂਪ ਸਟੇਟਮੈਂਟ ਵੀ ਕਹਿ ਦਿੰਦੇ ਆ ਕਿਉਂਕਿ ਇਹਦੇ ਵਿੱਚ ਕੀ ਹੈ ਡੂ ਵਾਈਲ ਦੇਖੋ ਨਾਮ ਤੋਂ ਕਲੀਅਰ ਡੂ ਦਾ ਮਤਲਬ ਕੀ ਹੈ ਕਿ ਘੱਟੋ ਘੱਟ ਕੋਈ ਕੰਮ ਕਰੋ ਆਪਾਂ ਕਹਿੰਦੇ ਡੂ ਠੀਕ ਹੈ ਆਈ ਵਿਲ ਡੂ ਦਾ ਮਤਲਬ ਕੀ ਹੁੰਦਾ ਕੁਝ ਕਰਨਾ ਤਾਂ ਡੂ ਵਾਈਲ ਲੂਪ ਤੇ ਵਾਈਲ ਲੂਪ ਦੇ ਵਿੱਚ ਡਿਫਰੈਂਸ ਇਹੀ ਹੈ ਕਿ ਜਿਹੜਾ ਵਾਈਲ ਲੂਪ ਹੈ ਰਾਜੇ ਵਾਈਲ ਲੂਪ ਦੇ ਵਿੱਚ ਕੀ ਹੈ ਕੰਡੀਸ਼ਨ ਚੈੱਕ ਹੋਣ ਤੋਂ ਬਾਅਦ ਸਟੇਟਮੈਂਟ ਡਿਸਪਲੇ ਹੁੰਦੀਆਂ ਪਹਿਲਾਂ ਕੰਡੀਸ਼ਨ ਚੈੱਕ ਹੁੰਦੀ ਹੈ ਫਿਰ ਸਟੇਟਮੈਂਟ ਡਿਸਪਲੇ ਹੋਣਗੀਆਂ ਡੂ ਵਾਈਲ ਦੇ ਵਿੱਚ ਕੀ ਹੈ ਰਾਜੇ ਜਦੋਂ ਆਪਾਂ ਧੱਕੇ ਨਾਲ ਕੋਈ ਸਟੇਟਮੈਂਟ ਡਿਸਪਲੇ ਕਰਾਉਣੀ ਹੈ ਲੇਕਿਨ ਕੰਡੀਸ਼ਨ ਆਪਾਂ ਬਾਅਦ ਚ ਚੈੱਕ ਕਰਨੀ ਆ ਤਾਂ ਉਹਦੇ ਵਾਸਤੇ ਡੂ ਵਾਈਲ ਲੂਪ ਵਰਤਿਆ ਜਾਂਦਾ ਡੂ ਵਾਈਲ ਦੇ ਵਿੱਚ ਕੀ ਹੈ ਕਿ ਸਟੇਟਮੈਂਟ ਪਹਿਲਾਂ ਡਿਸਪਲੇ ਹੋਊਗੀ ਤੇ ਕੰਡੀਸ਼ਨ ਕੀ ਹੋਊਗੀ ਬਾਅਦ ਚ ਚੈੱਕ ਹੋਊਗੀ ਤਾਂ ਇਹਨੂੰ ਆਪਾਂ ਐਂ ਕਹਿ ਸਕਦੇ ਹਾਂ ਕਿ ਜੇ ਮੰਨ ਲਓ ਹੁਣ ਮੈਂ ਇੱਥੇ ਤੁਹਾਨੂੰ ਦੱਸਦਾ ਇਹਦੇ ਚ ਫਰਕ ਕੀ ਹੈ ਮੰਨ ਲਓ ਮੈਂ ਇੱਥੇ ਤੁਹਾਨੂੰ ਕਹਿ ਦਵਾਂ ਇਹਨੂੰ ਮੈਂ ਇੱਕ ਮਿੰਟ ਰੇਜ਼ ਕਰਦਾ ਤੁਹਾਨੂੰ ਥੋੜਾ ਜਿਹਾ ਡਿਫਰੈਂਸ ਸਮਝਾਉਣ ਦੀ ਕੋਸ਼ਿਸ਼ ਕਰਦਾ ਇਹ ਕੀ ਹੋ ਗਿਆ 1 ਸੈਕਿੰਡ 1 ਮਿੰਟ ਹਾਂਜੀ ਰਿਕਾਰਡਿੰਗ ਚੈੱਕ ਕਰ ਲੈਂਦੇ ਮੈਨੂੰ ਰਿਕਾਰਡਿੰਗ ਚੱਲ ਰਹੀ ਹੈ ਬਸ ਰਿਕਾਰਡਿੰਗ ਨਾ ਬੰਦ ਹੋਈ ਹੋਵੇ ਅੱਛਾ ਜੀ ਹੁਣ ਦੇਖੋ ਰਾਜੇ ਫਰਕ ਕੀ ਹੈਗਾ ਤੁਹਾਨੂੰ ਮੈਂ ਦੱਸਦਾ ਕਿ ਮੰਨ ਲਓ ਇੱਥੇ ਕੀ ਹੈ ਜੀ ਜਿਹੜਾ ਵਾਈਲ ਲੂਪ ਹੈ ਬੇਟਾ ਵਾਈਲ ਲੂਪ ਦੇ ਵਿੱਚ ਕੀ ਹੈ ਕਿ ਕੰਡੀਸ਼ਨ ਚੈੱਕ ਹੋ ਰਹੀ ਹੈ ਠੀਕ ਹੈ ਤੇ ਫਿਰ ਸਟੇਟਮੈਂਟ ਕੀ ਹੋਊਗੀ ਡਿਸਪਲੇ ਹੋਊਗੀ ਮੰਨ ਲਓ ਮੈਂ ਇਨੀਸ਼ੀਅਲ ਵੈਲਿਊ 11 ਲੈ ਲੈਣਾ ਮੈਂ ਸਟਾਰਟਿੰਗ ਵੈਲਿਊ 11 ਲੈ ਲਈ ਤਾਂ 11 ਲੈਸ ਦੈਨ ਇਕੁਅਲ ਟੂ 10 ਤੇ ਫਾਲਸ ਹੋਗੀ ਮੇਰੇ ਕੋਲ ਕੁਝ ਵੀ ਡਿਸਪਲੇ ਨਹੀਂ ਹੋਊਗਾ ਮੇਰੇ ਕੋਲ ਬਲੈਂਕ ਆਊਟਪੁੱਟ ਕੀ ਆਊਗੀ ਬਲੈਂਕ ਆਊਗੀ ਕੁਝ ਵੀ ਡਿਸਪਲੇ ਨਹੀਂ ਹੋਊਗਾ ਕਹਿਣ ਦਾ ਭਾਵ ਕਿ ਕੰਡੀਸ਼ਨ ਟਰੂ ਹੋਊਗੀ ਤਾਂ ਹੀ ਵੈਲਿਊ ਡਿਸਪਲੇ ਹੋਊਗੀ ਬਟ ਕਈ ਜਗ੍ਹਾ ਤੇ ਆਪਾਂ ਨੂੰ ਜ਼ਰੂਰਤ ਪੈ ਜਾਂਦੀ ਹੈ ਕਿ ਆਪਾਂ ਕੰਡੀਸ਼ਨ ਬਾਅਦ ਚ ਚੈੱਕ ਕਰਨੀ ਹੈ ਸਟੇਟਮੈਂਟ ਨੂੰ ਘੱਟੋ ਘੱਟ ਇੱਕ ਵਾਰੀ ਜ਼ਰੂਰ ਡਿਸਪਲੇ ਕਰਾਉਣਾ ਹੈ ਤਾਂ ਉੱਥੇ ਕਿਹੜਾ ਲੂਪ ਵਰਤਿਆ ਜਾਂਦਾ ਡੂ ਵਾਈਲ ਲੂਪ ਵਰਤਿਆ ਜਾਂਦਾ ਤਾਂ ਲਿਖਿਆ ਹੋਇਆ ਰਾਜੇ ਕਿ ਮਿਨੀਮਮ 1 ਟਾਈਮ ਬਲੌਕ ਆਫ ਸਟੇਟਮੈਂਟ ਨੂੰ ਐਗਜ਼ੀਕਿਊਟ ਕਰਾਉਣਾ ਤਾਂ ਆਪਾਂ ਕਿਹੜਾ ਵਰਤਾਂਗੇ ਡੂ ਵਾਈਲ ਵਰਤਾਂਗੇ ਆਪਾਂ ਦੇਖਦੇ ਹਾਂ ਜੀ ਇਹ ਚ ਫਰਕ ਕੀ ਆ ਦੇਖੋ
ਇੱਕ ਮਤਲਬ ਕਿ ਆਪਾਂ ਨਾਮ ਨੂੰ ਨਾ 5 ਵਾਰੀ ਡਿਸਪਲੇ ਕਰਾਉਣਾ ਜਾਂ 5 ਜਾਂ 6 ਵਾਰੀ। ਇਹਦੇ ਵਿੱਚ ਮੈਂ ਕੀ ਕੀਤਾ, i ਦੀ ਵੈਲਿਊ 1 ਲੈ ਲਈ। ਮੈਂ ਕੀ ਕੀਤਾ, ਡੂ ਪ੍ਰਿੰਟ ਨਵੀ, ਨਵੀ ਮੰਨ ਲਓ ਕਿਸੇ ਦਾ ਨਾਮ ਹੈ। ਦੇਖੋ ਕੰਡੀਸ਼ਨ ਚੈੱਕ ਹੋਣ ਤੋਂ ਪਹਿਲਾਂ ਕੀ ਹੋ ਗਿਆ, ਇੱਕ ਵਾਰੀ ਨਵੀ ਕੀ ਹੋਊਗਾ ਮੇਰੇ ਕੋਲੇ ਡਿਸਪਲੇ ਹੋਊਗਾ। ਇਸ ਤੋਂ ਬਾਅਦ ਕੀ ਹੋ ਜਾਊਗਾ, ਇਨਕਰੀਮੈਂਟ ਹੋ ਜਾਊਗਾ ਮੇਰੇ ਕੋਲੇ। ਤੇ ਇੱਥੇ ਕੀ ਹੋ ਜਾਊਗੀ ਜੀ, ਵੈਲਿਊ ਚੈੱਕ ਹੋਊਗੀ। ਕੀ ਹੋਊਗੀ ਰਾਜੇ, ਵੈਲਿਊ ਚੈੱਕ ਹੋਊਗੀ। ਹੁਣ ਮੰਨ ਲਓ ਮੈਂ ਇੱਥੇ ਕਹਿੰਦਾ 1 ਲੈਸ ਦੈਨ ਇਕੁਅਲ ਟੂ 5 ਤਾਂ ਟਰੂ ਹੈ ਜੀ। ਫਿਰ ਕੀ ਆਪਾਂ ਦੁਬਾਰਾ ਫਿਰ ਕਿੱਥੇ ਚਲੇ ਗਏ, i ਦੇ ਵਿੱਚ ਵੈਲਿਊ ਕਿੰਨੀ ਆ ਗਈ, 2 ਆ ਗਈ, ਫਿਰ 3, ਫਿਰ 4, ਫਿਰ 5। ਜਦੋਂ 5 ਆ ਗਈ ਤਾਂ 5 ਵਾਰੀ ਕੀ ਹੋ ਗਿਆ, ਦੇਖੋ 1 ਵਾਰੀ, 2 ਵਾਰੀ, 3 ਵਾਰੀ, 4 ਵਾਰੀ, 5 ਵਾਰੀ। ਤਾਂ 5 ਵਾਰੀ ਉਹ ਕੀ ਆ, ਜਿਹੜਾ ਮੈਂ ਪ੍ਰਿੰਟ ਦੇ ਵਿੱਚ ਦਿੱਤਾ ਸੀਗਾ ਨਵੀਂ ਨਾਮ, ਉਹ ਡਿਸਪਲੇ ਹੋ ਗਿਆ। ਤਾਂ ਡੂ ਦੇ ਵਿੱਚ ਘੱਟੋ ਘੱਟ ਇੱਕ ਵਾਰੀ ਚੱਲੂਗਾ ਹੀ ਚੱਲੂਗਾ, ਚਾਹੇ ਕੰਡੀਸ਼ਨ ਟਰੂ ਹੋਵੇ ਚਾਹੇ ਫਾਲਸ ਹੋਵੇ। ਬਾਕੀਆਂ ਦੇ ਵਿੱਚ ਤਾਂ ਚੱਲੂਗਾ ਜੇ ਕੰਡੀਸ਼ਨ ਟਰੂ ਹੋਊਗੀ। ਵਾਈਲ ਤੇ ਫੋਰ ਲੂਪ ਦੇ ਵਿੱਚ ਕੰਡੀਸ਼ਨ ਫਾਲਸ ਹੋਗੀ ਤਾਂ ਕਦੇ ਵੀ ਨਹੀਂ ਚੱਲੂਗਾ। ਬਟ ਡੂ ਦੇ ਵਿੱਚ ਇਹ ਫੈਸਿਲਿਟੀ ਹੈਗੀ ਆ ਕਿ ਮਿਨੀਮਮ ਇੱਕ ਵਾਰੀ ਜ਼ਰੂਰ ਚੱਲੂਗਾ। ਓਕੇ ਆ ਜੀ, ਆਈ ਹੋਪ ਤੁਹਾਨੂੰ ਤਿੰਨੇ ਕਲੀਅਰ ਹੋ ਗਏ ਹੋਣਗੇ ਬਹੁਤ ਵਧੀਆ ਢੰਗ ਦੇ ਨਾਲ। ਲਾਸਟ ਵਨ ਕਰਦੇ ਆ ਜੀ, ਜੰਪਿੰਗ ਸਟੇਟਮੈਂਟ। ਨਾਮ ਤੋਂ ਕਲੀਅਰ ਹੈ, ਜੰਪਿੰਗ ਸਟੇਟਮੈਂਟ ਦਾ ਮਤਲਬ ਕੀ ਆ ਕਿ ਮੰਨ ਲਓ ਮੇਰੇ ਪ੍ਰੋਗਰਾਮ ਦੇ ਵਿੱਚ ਕੀ ਆ, ਮੈਂ 10 ਲਾਈਨਾਂ ਦਾ ਪ੍ਰੋਗਰਾਮ ਲਿਖਿਆ ਹੈ। 10 ਲਾਈਨਾਂ ਦਾ ਕੀ ਮੈਂ ਪ੍ਰੋਗਰਾਮ ਲਿਖਿਆ ਕਿ ਮੈਂ ਇੱਥੇ ਤੁਹਾਨੂੰ ਦੱਸਿਆ ਸੀਗਾ ਜਿਹੜਾ ਸੀ ਦਾ ਕੰਪਾਈਲਰ ਹੈਗਾ ਉਹ ਲਾਈਨ ਬਾਈ ਲਾਈਨ ਕੰਮ ਕਰਦਾ, ਸਿਕੁਐਂਸ਼ਲੀ ਕੰਮ ਕਰਦਾ, ਜਿਵੇਂ 1 2। ਪਰ 2 ਤੇ ਆ ਕੇ ਮੈਨੂੰ ਨੋਟ ਪੈ ਗਈ ਕਿ ਮੈਂ ਡਾਇਰੈਕਟ 7 ਨੰਬਰ ਤੇ ਜੰਪ ਕਰਨਾ ਹੈ। ਤਾਂ ਮੈਂ ਇੱਥੇ ਜੰਪ ਕਰਨ ਵਾਸਤੇ ਕਿਹੜੀ ਸਟੇਟਮੈਂਟ ਵਰਤੂੰਗਾ, ਜੰਪਿੰਗ ਸਟੇਟਮੈਂਟ ਵਰਤਦਾ। ਕਲੀਅਰ ਹੈ ਜੀ। ਕਹਿੰਦਾ ਸਮ ਟਾਈਮ ਇਨ ਦਾ ਪ੍ਰੋਗਰਾਮ देयर इज ਨੀਡਡ ਜੰਪ ਟੂ ਏ ਪਾਰਟਿਕੂਲਰ ਪਾਰਟ ਆਫ ਦਾ ਪ੍ਰੋਗਰਾਮ ਬਾਈ ਸਕਿਪਿੰਗ ਦਾ ਸਮ ਸਟੇਟਮੈਂਟ। ਉਸ ਸਟੇਟਮੈਂਟ ਨੂੰ ਸਕਿਪ ਕਰਕੇ ਆਪਾਂ ਡਾਇਰੈਕਟ ਜੰਪ ਕਰਨਾ ਚਾਹੁੰਦੇ ਹਾਂ, ਉਹਦੇ ਵਾਸਤੇ ਆਪਣੇ ਕੋਲੇ 3 ਸਟੇਟਮੈਂਟ ਹੁੰਦੀਆਂ, ਬ੍ਰੇਕ, ਕੰਟੀਨਿਊ ਤੇ ਗੋ ਟੂ ਸਟੇਟਮੈਂਟ। ਤਿੰਨੇ ਹੀ ਮੋਸਟ ਇੰਪੋਰਟੈਂਟ ਨੇ ਰਾਜੇ। ਤੇ ਬ੍ਰੇਕ ਤੇ ਕੰਟੀਨਿਊ ਦੇ ਵਿੱਚ ਡਿਫਰੈਂਸ ਵੀ ਪੁੱਛ ਲੈਂਦੇ ਆ। ਸਭ ਤੋਂ ਪਹਿਲਾਂ ਰਾਜੇ ਆਪਾਂ ਕਰਦੇ ਹਾਂ ਬ੍ਰੇਕ ਸਟੇਟਮੈਂਟ। ਨਾਮ ਤੋਂ ਕਲੀਅਰ, ਇਹਦੇ ਵਾਸਤੇ ਕੀਵਰਡ ਯੂਜ਼ ਹੁੰਦਾ ਬ੍ਰੇਕ। ਬ੍ਰੇਕ ਦੇ ਵਿੱਚ ਸੈਮੀਕੋਲਨ ਪੈਂਦਾ ਹੈ। ਬ੍ਰੇਕ ਦਾ ਮਤਲਬ ਕੀ ਹੈ ਕਿ ਰਾਜੇ ਜਿਵੇਂ ਮੰਨ ਲਓ ਆਪਾਂ ਗੱਡੀ 'ਚ ਬ੍ਰੇਕ ਮਾਰ ਦਿੰਦੇ ਹਾਂ, ਗੱਡੀ ਰੁਕ ਜਾਂਦੀ ਹੈ। ਜਦੋਂ ਮੰਨ ਲਓ ਕੋਈ ਲੂਪ ਹੈ, ਇਹ ਲੂਪ ਦੇ ਵਿੱਚ ਵਰਤੀਆਂ ਜਾਂਦੀਆਂ ਬੇਟੇ, ਮੋਸਟਲੀ ਟਾਈਮ ਲੂਪ ਦੇ ਵਿੱਚ ਹੀ ਵਰਤਦੇ ਆ ਆਪਾਂ, ਠੀਕ ਹੈ। ਜਾਂ ਫਿਰ ਆਪਾਂ ਸਵਿਚ ਕੇਸ ਦੇ ਵਿੱਚ ਵਰਤਦੇ ਆ। ਜਿਵੇਂ ਮੰਨ ਲਓ ਕੋਈ ਲੂਪ ਚੱਲ ਰਿਹਾ, ਲੂਪ ਨੂੰ ਆਪਾਂ ਧੱਕੇ ਨਾਲ ਰੋਕਣਾ ਹੈ, ਕਿਤੇ ਜਾ ਕੇ ਆਪਾਂ ਧੱਕੇ ਨਾਲ ਕੀ ਕਰਨਾ, ਰੋਕਣਾ। ਉੱਥੇ ਆਪਾਂ ਕੀ ਯੂਜ਼ ਕਰਾਂਗੇ, ਬ੍ਰੇਕ ਸਟੇਟਮੈਂਟ ਯੂਜ਼ ਕਰਾਂਗੇ। ਕਹਿੰਦਾ ਬ੍ਰੇਕ ਸਟੇਟਮੈਂਟ ਇਜ਼ ਯੂਜ਼ਡ ਟੂ ਟਰਮੀਨੇਟ ਦਾ ਲੂਪ, ਕਮ ਆਊਟਸਾਈਡ ਫਰੋਮ ਦਾ ਲੂਪ ਐਂਡ ਐਗਜ਼ੀਕਿਊਟ ਦਾ ਰਿਮੇਨਿੰਗ ਸਟੇਟਮੈਂਟ। ਕਹਿਣ ਦਾ ਮਤਲਬ ਕਿ ਆਪਾਂ ਕੋਈ ਲੂਪ ਹੈ, ਜਿਵੇਂ ਮੰਨ ਲਓ ਫੋਰ ਲੂਪ ਦੇ ਵਿੱਚ ਕੀ ਹੈ ਕਿ ਇਹ 10 ਤੱਕ ਵੈਲਿਊ ਚੱਲੂਗੀ, i ਲੈਸ ਦੈਨ ਇਕੁਅਲ ਟੂ 10 ਤੱਕ ਚੱਲੂਗੀ। ਪਰ ਮੈਂ ਉਹਦੇ ਅੰਦਰ ਕੀ ਇੱਕ ਸਟੇਟਮੈਂਟ ਲਗਾਤੀ ਕਿ ਜਦੋਂ 5 ਦੇ ਬਰਾਬਰ ਆਊਗੀ ਤਾਂ ਇੱਥੇ ਬ੍ਰੇਕ ਹੋ ਜਾਵੇ, ਮਤਲਬ ਕਿ ਲੂਪ ਤੋਂ ਬਾਹਰ ਆ ਜਾਵੇ। ਫਿਰ ਕੀ ਹੈ, ਸਿਰਫ 5 ਵੈਲਿਊ ਚੱਲਣਗੀਆਂ, ਜਦ ਕਿ ਚੱਲਣੀਆਂ ਕੀ ਚਾਹੀਦੀਆਂ ਸੀ, 10 ਤੱਕ ਚੱਲਣੀਆਂ ਚਾਹੀਦੀਆਂ ਸੀਗੀਆਂ। ਸੇਮ ਆਪਾਂ ਵਾਈਲ ਦੇ ਵਿੱਚ ਕਰਾਂਗੇ, ਸੇਮ ਆਪਾਂ ਡੂ ਵਾਈਲ 'ਚ ਕਰਾਂਗੇ। ਤਾਂ ਬ੍ਰੇਕ ਦਾ ਮਤਲਬ ਕੀ ਹੈ ਕਿ ਆਪਾਂ ਧੱਕੇ ਨਾਲ ਕੋਈ ਲੂਪ ਨੂੰ ਟਰਮੀਨੇਟ ਕਰਾ ਕੇ ਬਾਹਰ ਆਉਣਾ ਉਸ ਲੂਪ ਤੋਂ, ਤਾਂ ਆਪਾਂ ਕਿਹੜਾ ਕੀਵਰਡ ਯੂਜ਼ ਕਰਾਂਗੇ, ਬ੍ਰੇਕ ਸਟੇਟਮੈਂਟ ਯੂਜ਼ ਕਰਾਂਗੇ, ਬ੍ਰੇਕ ਕੀਵਰਡ ਯੂਜ਼ ਕਰਾਂਗੇ। ਹੁਣ ਦੇਖੋ ਤੁਹਾਨੂੰ ਮੈਂ ਇੱਕ ਪ੍ਰੋਗਰਾਮ ਦੱਸ ਦਿੰਦਾ, ਇੱਥੇ i ਲਿਖਿਆ, ਦੇਖੋ ਮੈਂ ਦੇਖੋ ਸੇਮ ਪ੍ਰੋਗਰਾਮ ਦੇ ਰਿਹਾ, i ਦੀ ਵੈਲਿਊ 1 ਆ ਤੇ i ਲੈਸ ਦੈਨ ਇਕੁਅਲ ਟੂ 10। ਜਿਵੇਂ ਪਿਛਲੇ ਪ੍ਰੋਗਰਾਮ ਕਰਕੇ ਆਏ ਆਪਾਂ, ਉਹਦੇ ਵਿੱਚ ਕਿੰਨੀਆਂ ਵੈਲਿਊ ਚੱਲਦੀਆਂ ਨੇ, 10 ਵੈਲਿਊ ਚੱਲਦੀਆਂ ਨੇ। ਦੇਖੋ ਤੁਹਾਨੂੰ ਮੈਂ ਦਿਖਾ ਵੀ ਦਿੰਦਾ, ਆ ਦੇਖੋ ਸੇਮ ਪ੍ਰੋਗਰਾਮ ਹੈ। ਇੱਥੇ ਕਿੰਨੇ ਆਨਸਰ ਆਉਂਦਾ ਆਪਣੇ ਕੋਲੇ, 10 ਆਉਂਦਾ ਹੈ, ਕਿਉਂਕਿ ਕੰਡੀਸ਼ਨ ਕੀ ਦਿੱਤੀ ਹੋਈ ਆਪਾਂ i ਲੈਸ ਦੈਨ ਇਕੁਅਲ ਟੂ 10। ਬਟ ਇਹਦੇ ਵਿੱਚ ਕੀ ਹੈ ਕਿ ਸਿਰਫ 5 ਹੀ ਹੋ ਰਿਹਾ। 5 ਦਾ ਮਤਲਬ ਕਿਉਂ ਹੋ ਰਿਹਾ, ਕਿਉਂਕਿ ਆਪਾਂ ਫੋਰ ਲੂਪ ਦੇ ਅੰਦਰ ਇੱਕ ਕੰਡੀਸ਼ਨ ਦੇਤੀ ਵੀ ਜਦੋਂ i 5 ਦੇ ਬਰਾਬਰ ਆ ਜਾਏ ਉੱਥੇ ਕੀ ਹੋ ਜਾਵੇ, ਬ੍ਰੇਕ ਹੋ ਜਾਵੇ। ਉੱਥੇ ਕੀ ਹੋ ਜਾਵੇ, ਬ੍ਰੇਕ ਹੋ ਜਾਵੇ। ਜਦੋਂ ਵੀ i ਦੀ ਵੈਲਿਊ 5 ਆਊਗੀ, ਠੀਕ ਹੈ, 5 ਲੈਸ ਦੈਨ ਇਕੁਅਲ ਟੂ 10 ਵੈਲਿਊ ਟਰੂ ਹੋਗੀ। ਪਰ ਜਦੋਂ ਇਫ ਦੇ ਵਿੱਚ ਆਊਗੀ 5 ਬਰਾਬਰ 5 ਨੂੰ ਕੀ ਮਿਲ ਜੂਗਾ, ਬ੍ਰੇਕ ਮਿਲ ਜੂਗਾ। ਜਦੋਂ ਉਹਨੂੰ ਬ੍ਰੇਕ ਮਿਲ ਗਿਆ ਉਹਨੇ ਬਾਹਰ ਆ ਜਾਣਾ। ਤਾਂ ਕਹਿਣ ਦਾ ਮਤਲਬ ਕੀ ਹੈ ਕਿ 5 ਨੰਬਰ ਵਾਲੀ ਚੱਲਣੀ ਨਹੀਂ ਆਪਣੀ, ਸਿਰਫ ਕਿੰਨੇ ਸਟੇਟਮੈਂਟ ਚੱਲਣਗੀਆਂ, 4 ਚੱਲਣਗੀਆਂ, ਕਿਉਂਕਿ 5 ਤੇ ਆ ਕੇ ਕੀ ਹੋ ਜੂਗਾ, ਉਹ ਬ੍ਰੇਕ ਹੋ ਜੂਗਾ। ਸਮਝ ਗਏ ਮੇਰੀ ਗੱਲ, ਇਦਾਂ ਬ੍ਰੇਕ ਯੂਜ਼ ਕਰਦੇ ਆ ਆਪਾਂ। ਸੇਮ ਵੇ ਨਾਲ ਆਪਾਂ ਕੰਟੀਨਿਊ ਯੂਜ਼ ਕਰ ਸਕਦੇ ਹਾਂ। ਬ੍ਰੇਕ ਦਾ ਬਿਲਕੁਲ ਆਪੋਜ਼ਿਟ ਕੀ ਹੋਊਗਾ, ਕੰਟੀਨਿਊ ਸਟੇਟਮੈਂਟ। ਜਦੋਂ ਆਪਾਂ ਕੋਈ ਧੱਕੇ ਨਾਲ ਸਟੇਟਮੈਂਟ ਚਲਾਉਣੀਆਂ ਚਾਹੁੰਦੇ ਆ, ਠੀਕ ਹੈ, ਕੋਈ ਆਪਾਂ ਮੰਨ ਲਓ ਕੋਈ ਕੁਝ ਸਟੇਟਮੈਂਟ ਸਕਿਪ ਕਰਨ ਤੋਂ ਬਾਅਦ ਕੁਝ ਅਗਲੀਆਂ ਜਾ ਕੇ ਕੰਟੀਨਿਊ ਕਰਾਉਣਾ ਚਾਹੁੰਦੇ ਆ, ਤਾਂ ਉੱਥੇ ਆਪਾਂ ਕਿਹੜਾ ਕੀਵਰਡ ਯੂਜ਼ ਕਰਾਂਗੇ, ਕੰਟੀਨਿਊ ਕੀਵਰਡ ਯੂਜ਼ ਕਰਾਂਗੇ। ਸੇਮ ਕੰਮ ਕਰਦਾ ਬੇਟੇ, ਜੋ ਕੰਮ ਬ੍ਰੇਕ ਕਰਦਾ, ਬ੍ਰੇਕ ਰੋਕਣ ਦਾ ਕੰਮ ਕਰਦਾ, ਕੰਟੀਨਿਊ ਕੀ ਕਰਦਾ, ਉਸ ਨੂੰ ਰਿਜ਼ਿਊਮ ਕਰਨ ਦਾ ਕੰਮ ਕਰਦਾ। ਠੀਕ ਹੈ ਜੀ, ਕਲੀਅਰ ਹੈ। ਅੱਗੇ ਚੱਲਦੇ ਹਾਂ ਜੀ, ਲਾਸਟ ਵਨ ਹੈਗਾ ਆਪਣਾ ਗੋ ਟੂ ਸਟੇਟਮੈਂਟ। ਜਿਹੜੇ ਬੱਚੇ ਅਕਸਰ ਨਹੀਂ ਕਰਦੇ ਕਿ ਗੋ ਟੂ ਸਟੇਟਮੈਂਟ ਬੇਸਿਕਲੀ ਆਪਾਂ ਡਾਇਰੈਕਟਲੀ ਜੰਪ ਕਰ ਸਕਦੇ ਹਾਂ। ਤੇ ਗੋ ਟੂ ਹਮੇਸ਼ਾ ਕੰਮ ਕਰਦਾ ਰਾਜੇ ਲੇਬਲ ਦੇ, ਗੋ ਟੂ ਕੀਵਰਡ ਹੈਗਾ ਤੇ ਨਾਲ ਆਪਣੇ ਕੋਲ ਕੀ ਹੁੰਦਾ, ਇੱਕ ਲੇਬਲ ਨੇਮ ਹੁੰਦਾ। ਲੇਬਲ ਦਾ ਮਤਲਬ ਕੀ ਹੈ ਕਿ ਆਪਾਂ ਕਿੱਥੇ ਜੰਪ ਕਰਨਾ, ਆਪਾਂ ਨੂੰ ਪਤਾ ਵੀ ਹੋਣਾ ਚਾਹੀਦਾ ਕਿ ਆਪਾਂ 7 ਨੰਬਰ ਤੇ ਜੰਪ ਕਰਨਾ, 8 ਨੰਬਰ ਤੇ ਜੰਪ ਕਰਨਾ, ਕਿੱਥੇ ਜੰਪ ਕਰਨਾ ਆਪਾਂ। ਠੀਕ ਹੈ, ਤਾਂ ਕਹਿੰਦਾ ਜੀ ਗੋ ਟੂ ਸਟੇਟਮੈਂਟ ਇਜ਼ ਯੂਜ਼ਡ ਟੂ ਟ੍ਰਾਂਸਫਰ ਦਾ ਕੰਟਰੋਲ ਆਫ ਦਾ ਪ੍ਰੋਗਰਾਮ ਟੂ ਦਾ ਐਨੀ ਅਦਰ ਪਾਰਟ ਆਫ ਦਾ ਪ੍ਰੋਗਰਾਮ। ਠੀਕ ਹੈ, ਅਨਕੰਡੀਸ਼ਨਲੀ ਆਪਾਂ ਕੋਈ ਬਿਨਾਂ ਕੰਡੀਸ਼ਨ ਤੋਂ ਵੀ ਡਾਇਰੈਕਟ ਜੰਪ ਕਰ ਸਕਦੇ ਹਾਂ। ਠੀਕ ਹੈ ਜੀ, ਕੋਈ ਆਪਣੇ ਤੇ ਕੰਡੀਸ਼ਨ ਨਹੀਂ ਹੈਗੀ। ਤੇ ਜਿਹੜੀ ਇਹ ਜੰਪਿੰਗ ਹੁੰਦੀ ਹੈ ਰਾਜੇ, ਫਾਰਵਰਡ ਵੀ ਹੋ ਸਕਦੀ ਹੈ, ਬੈਕਵਰਡ ਵੀ ਹੋ ਸਕਦੀ ਹੈ। ਫਾਰਵਰਡ ਦਾ ਮਤਲਬ ਕੀ ਹੈ ਕਿ ਮੰਨ ਲਓ ਆ ਮੇਰੇ ਕੋਲ ਸਟੇਟਮੈਂਟ ਲਿਖੀਆਂ ਪਈਆਂ 5 ਸਟੇਟਮੈਂਟ, ਮੈਂ 1 ਤੋਂ ਡਾਇਰੈਕਟ 5 ਤੇ ਵੀ ਜੰਪ ਕਰ ਸਕਦਾ, 4 ਤੋਂ ਵਾਪਸ 2 ਤੇ ਵੀ ਆ ਸਕਦਾ। ਬੈਕਵਰਡ ਤੇ ਫਾਰਵਰਡ ਦੋਨੇ ਜੰਪਿੰਗ ਆਪਾਂ ਕਰ ਸਕਦੇ ਹਾਂ ਵਿਦਆਊਟ ਐਨੀ ਕੰਡੀਸ਼ਨਲ, ਵਿਦਆਊਟ ਐਨੀ ਕੰਡੀਸ਼ਨ। ਠੀਕ ਹੈ ਜੀ, ਕਲੀਅਰ ਹੈ। ਤੇ ਇਹਦਾ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਵਾਰੀ ਪ੍ਰੋਗਰਾਮ, ਕਿਉਂਕਿ ਕਈ ਵਾਰ ਬੱਚਿਆਂ ਨੂੰ ਨਹੀਂ ਸਮਝ ਆਉਂਦਾ। ਹੁਣ ਮੰਨ ਲਓ ਕੀ ਸੀਗਾ, ਮੈਂ ਇਨਪੁਟ ਦੇ ਵਿੱਚ ਕੀ ਲੈ ਰਿਹਾ, ਕੋਈ ਨੰਬਰ ਲੈ ਰਿਹਾ।
मैं कोई भी नंबर मान लो जी मैं इतना नंबर दे दूं 4 तो ये दसूगा भी पॉजिटिव नंबर है कि नेगेटिव नंबर है, ये दसूगा कि पॉजिटिव नंबर है कि नेगेटिव नंबर है, क्योंकि इतने कंडीशन चेक की हो रही है इफ नंबर इज ग्रेटर देन 0 तो की होगा राजे ਤੁਹਾਡਾ पॉजिटिव नंबर होगा, अदरवाइज की होगा नेगेटिव नंबर होगा। तो इतने मैं की लाता जी गो टू लेवल 1, जे तो नंबर ग्रेटर देन 0 है तो की आंसर होना चाहिए पॉजिटिव होना चाहिए। तो इतों डायरेक्ट कितने जंप कर देंगे आप लेवल 1 से जंप कर देंगे, लेवल 1 आप जिथे कितने मिलूगा इतने मिलूगा, तो मेरे को आंसर की आ जाऊगा पॉजिटिव नंबर। जे मान लो मैं कोई नंबर दे रहा -1 तो वह की है लेवल के नहीं जाऊगा, वो वास्ते की चल जूगा जी आह एल्स पार्ट चल जूगा। हम देखो एक बंदे ने एंटर किया 6 नंबर, जो उन्होंने 6 नंबर मिले कि 6 ग्रेटर देन 0 है, उस तो अगे की मिल गया उन्होंने जी गो टू लेवल 1, तो डायरेक्ट हम लेवल 1 से जंप कर जाएंगे तो अपने को आंसर की आ जाऊगा कि नंबर इज पॉजिटिव, तो आंसर की आ जाऊगा जी 6 नंबर। तो क्लीयर इस तरह आप गो टू स्टेटमेंट के ऊपर जंप कर सकते हैं विद द हेल्प ऑफ लेबल। आई होप तुहानू सारा लैक्चर क्लीयर हो गया होगा। अच्छा जी हम जाते जाते मेरे को एक चलो नोट्स बारे थोड़ी जानकारी दे दी, उस तो बाद एक गल दसदा बहुत इंपोर्टेंट है। सिंपल जे कंप्यूटर वास्ते या क्लर्क के क्लर्क अकाउंट वास्ते इंग्लिश से पंजाबी लैंग्वेज पीडीएफ लैनी है बेटे कंप्यूटर दी तो मिल जाएगी 1000 प्लस अपने को MCQ ने 300 रुपये की कॉस्ट है। लैन वास्ते इस नंबर पर व्हाट्सएप कर सकते हो 8427752303। जे क्लर्क IT से लैने बेटा वो वास्ते लिंक मिलूगा 500 की कॉस्ट है, इस नंबर पर मैं व्हाट्सएप कर सकते हो। अच्छा जी बहुत बच्चों के आ रहे कि सर CS से पहला करा दो, ठीक है, बट मैं तुहानू दस दिना ना प्रोग्रामिंग तो सब तो मैक्सीमम क्वेश्चन आउणगे, मैक्सीमम टू मैक्सीमम प्रोग्रामिंग तो आउणगे। सिर्फ अपनी प्रोग्रामिंग दी 2 वीडियो रह गई, 2 की समझ लो 1 ही रह गई। तुहानू मैं दसदा किहड़ी रह गई, एक तो मैं स्ट्रक्चर कराउणा, एक मैं यूनियन कराउणा। स्ट्रक्चर कराउणा यूनियन कराउणा ते एक हैगा जी फाइल ओपनिंग फाइल क्लोज वाला टॉपिक जिहड़ा कि बहुत इंपोर्टेंट है सी लैंग्वेज दे विच। मैं कहना इस तो बाद डाटा स्ट्रक्चर कर लेने आपां, डाटा स्ट्रक्चर दे विचों भी बहुत क्वेश्चन पूछे जाते हैं, उस तो बाद CSA भी कर लांगे, चिंता ना करो। बाकी CSA वास्ते तुहानू मैं 2 वीडियो प्लेलिस्ट दे विच पा रहा, ਕਿਹੜੀਆਂ वीडियोज पा रहा ਤੁਹਾਨੂੰ मैं दस दिना। मैं गेट सारे कराए हुए आ, सब तो मैक्सीमम गेट्स तो उपर क्वेश्चन आएंगे, गेट्स मैं सारे चंगी तरह कराए हुए आ, उन्होंने वीडियो मैं ਤੁਹਾਨੂੰ पा दूंगा अज प्लेलिस्ट के ऐड कर दूंगा, ठीक है। वो सारा मैं बहुत वधिया ढंग नाल कराया होया पहला तो ही, ठीक है जी। तो बस आ 2 वीडियो मैं खत्म होने तो बाद ਤੁਹਾਨੂੰ जल्दी मैं डाटा स्ट्रक्चर स्टार्ट करवा रहा, उस तो बाद ਆਪਾਂ लास्ट ਵਿੱਚ CSA कर लांगे। ओके है जी, थैंक यू, धन्यवाद। सरबत दा भला, बाबा मेहर करे, तुसीं मेहनतां करो ते थोड़ी मेहनतां नूं की देवे बाबा जी फल देण। शुक्रिया जी, धन्यवाद, बाबा नानक भली करे।